ਜਾਂਦੇ ਸੀ, ਸਾਡੇ ਨਾਲ ਉੱਠ ਕੇ ਜਾਂਦਾ ਸੀ। ਇਸ ਘਰ ਵਿੱਚ ਪ੍ਰਸ਼ਾਦਾ ਛਕਦਾ, ਇਸ ਨੇ ਆਪਣਾ ਫਰਜ਼ ਨਿਭਾਇਆ। ਸਾਡਾ ਵਚਨ ਮੰਨ ਕੇ ਇਸ ਨੇ ਆਪਣੇ ਪ੍ਰਾਣ ਤੱਕ ਦਿੱਤੇ ਹਨ। ਇਹ ਬੈਕੁੰਠ ਵਾਸੀ ਬਣਿਆ ਹੈ। ਹੁਣ ਇਹਦਾ ਸਰੀਰ ਜਿਹੜਾ ਕਫਨ ਦੇ ਵਿੱਚ ਪਾ ਕੇ ਇਸ ਨੂੰ ਦਬਾ ਦਿੱਤਾ ਜਾਵੇ। ਸਿੱਖਾਂ ਨੇ ਇਸੇ ਤਰ੍ਹਾਂ ਕੀਤਾ। ਪਰ ਉਸ ਤੋਂ ਬਾਅਦ ਜਿਹੜਾ ਇਸ ਦੁਸ਼ਟ ਦਾ ਸਰੀਰ ਪਿਆ ਸੀ ਖਡਾਵੇ ਦਾ, ਉਹ ਦੇਖ ਕੇ ਮਾਤਾ ਗੰਗਾ ਜੀ ਨੇ ਬੇਨਤੀਆਂ ਕੀਤੀਆਂ ਨੇ ਕਿ ਗੁਰਦੇਵ, ਤੁਹਾਡੇ ਬਚਨਾਂ ਸਦਕਾ ਹੀ ਇਹਨੇ ਵੀ ਪ੍ਰਾਣ ਛੱਡੇ ਨੇ, ਪਰ ਹਲੇ ਤੱਕ ਇਹ ਪਾਪ ਪ੍ਰਗਟ ਨਹੀਂ ਹੋਇਆ। ਲੋਕ ਇਹ ਜਾਣਨਗੇ ਕਿ ਇੱਕ ਬ੍ਰਾਹਮਣ ਨੂੰ ਇਹਨਾਂ ਨੇ ਘਰ ਵਿੱਚ ਲਿਆ ਕੇ ਖਤਮ ਕਰ ਦਿੱਤਾ। ਆਪ ਕਿਰਪਾ ਕਰੋ, ਸਮਰੱਥ ਹੋ, ਤੁਹਾਡੀ ਮਹਾਮਤ ਹੈ। ਪਰ ਮੈਂ ਫਿਰ ਵੀ ਆਪਣੇ ਵੱਲੋਂ ਬੇਨਤੀ ਕਰਦੀ ਹਾਂ, ਜੇ ਤੁਸੀਂ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ, ਜੇ ਤੁਹਾਡੇ ਬਚਨਾਂ ਸਦਕਾ ਇਸ ਦੀ ਇਹ ਦਸ਼ਾ ਹੋਈ ਹੈ, ਆਪ ਕਿਰਪਾ ਕਰਕੇ ਜੀਵਨ ਦਾਨ ਵੀ ਦੇਣ ਵਾਲੇ ਹੋ, ਕਿਰਪਾ ਕਰੋ ਤੇ ਇਹਨੂੰ ਜੀਵਨ ਦਾਨ ਬਖਸ਼ੋ। ਗੁਰਦੇਵ ਨੇ ਕਿਹਾ ਹੈ ਕਿ ਇਸ ਨੇ ਜੋ ਕਰਮ ਕੀਤਾ ਸੀ ਉਹਦਾ ਫਲ ਪਾਇਆ ਹੈ। ਤਤਸ਼ੇ ਨੇ ਇਹਨੂੰ ਇਹਦਾ ਫਲ ਮਿਲਿਆ। ਇਸ ਕਰਕੇ ਕੋਈ ਪਾਪ ਨਹੀਂ, ਅਪਰਾਧ ਨਹੀਂ ਹੈ। ਇਹਨੇ ਆਪਣੀ ਕੀਤੀ ਦਾ ਫਲ ਪਾਇਆ। ਪਰ ਫਿਰ ਮਾਤਾ ਗੰਗਾ ਜੀ ਦੀ ਬੇਨਤੀ ਕਰਨ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਪ੍ਰਤੱਖ ਹਰ ਸਤਿਗੁਰ ਮੇਰਾ ਮਾਰ ਜੀ ਵਾਲਾ ਹੈ। ਮਹਾਰਾਜ ਜੀ ਨੇ ਆਪਣੇ ਹਸਤ ਕਮਲਾਂ ਦੇ ਵਿੱਚ ਜਲ ਲਿਆ, ਸਤਨਾਮ ਦਾ ਜਾਪ ਜਪਿਆ ਅਤੇ ਇਸ ਦੇ ਸਰੀਰ ਦੇ ਉੱਤੇ ਉਸ ਦਾ ਛਿੱਟਾ ਦਿੱਤਾ ਹੈ। ਸੋ ਜਿਸ ਤਰ੍ਹਾਂ ਇਹ ਉੱਠ ਕੇ ਫਿਰ ਸਾਰੀ ਵਾਰਤਾ ਆਪ ਸਤਿਗੁਰਾਂ ਦੇ ਅੱਗੇ ਦੱਸਦਾ ਹੈ ਕਿ ਮੈਨੂੰ ਕਿਸ ਤਰ੍ਹਾਂ ਕਿਹਨੇ ਪ੍ਰੇਰ ਕੇ ਪਾਪ ਕਰਨ ਵਾਸਤੇ ਭੇਜਿਆ, ਉਹ ਵਿਚਾਰ ਅੱਗੇ ਆ ਰਹੀ ਹੈ। ਆਓ ਗੁਰ ਸੰਗਤ ਜੀ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ ਸਤਿਗੁਰੂ ਸਾਹਿਬ ਜੀ ਦੇ ਜੀਵਨ ਕਾਉਤਾਂ ਦੀ ਜੋ ਅੰਮ੍ਰਿਤਮਈ ਕਥਾ ਹੈ, ਇਸ ਪਾਵਨ ਅੰਮ੍ਰਿਤ ਨੂੰ ਕੰਨਾਂ ਨੂੰ ਡੂਨੇ ਬਣਾ ਕੇ ਪੀਣ ਦਾ ਯਤਨ ਕਰੀਏ। ਸਾਰੀ ਹੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਗੁਰੂ ਸੋ ਜਾਣੀ ਬਿਨਾ ਠਾਨੀ ਮਨ ਮਾਨੀ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਤਾ ਗੰਗਾ ਜੀ ਦੀਆਂ ਬਾਰ-ਬਾਰ ਕੀਤੀਆਂ ਜਿਹੜੀਆਂ ਬੇਨਤੀਆਂ ਸਾਨੂੰ ਮੰਨ ਲਈਆਂ। ਹੁਣ ਮੰਤਰ ਸਤਨਾਮ ਕੋ ਪਠਿਓ ਜਲ ਹਾਥ ਲੀਣਾ। ਹੱਥ ਵਿੱਚ ਸਤਿਗੁਰਾਂ ਨੇ ਜਲ ਲੈ ਕੇ ਸਤਨਾਮ ਦਾ ਜਿਹੜਾ ਮੰਤਰ ਸੀ ਉਹ ਜਪਿਆ ਹੈ। ਛਿੜਕਿਓ ਬਦਨ ਪਰ ਸਗਰੇ ਸਰੀਰ ਫੇਰ। ਪਾਤਸ਼ਾਹ ਜੀ ਨੇ ਇਸ ਦੇ ਸਾਰੇ ਸਰੀਰ ਦੇ ਉੱਤੇ, ਮੁਖ ਦੇ ਉੱਤੇ ਜਿਹੜਾ ਜਲ ਸੀ ਉਹਦਾ ਛਿੱਟਾ ਦਿੱਤਾ ਹੈ। ਜੀਵ ਉਠਿਓ ਮੂੜ ਮਤ ਕਪਟ ਜੋ ਗੂੜ ਕੀਨਾ। ਇਹ ਮੰਦੀ ਮਤ ਵਾਲਾ ਜਿਹੜਾ ਦੁਸ਼ਟ ਖਡਾਵਾ ਸੀ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ, ਜਿਹਦਾ ਜ਼ਿਕਰ ਗੁਰਦੇਵ ਨੇ ਭੈਰੂ ਰਾਗ ਦੇ ਵਿੱਚ ਪਾਵਨ ਸ਼ਬਦ ਉਚਾਰਨ ਕਰਕੇ ਕੀਤਾ ਹੈ। ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਇਸ ਦੁਸ਼ਟ ਨੂੰ ਇਹਦੀ ਕੀਤੀ ਦਾ ਫਲ ਜਿਹੜਾ ਸੀ ਮਿਲਿਆ ਸੀ। ਪਰ ਗੁਰਦੇਵ ਦਾ ਸੁਭਾਅ ਹੈ ਪਤਿਤ ਪਾਵਨ ਹਨ ਸਤਿਗੁਰੂ, ਪਤਿਤਾਂ ਨੂੰ ਵੀ ਪਾਵਨ ਕਰ ਦੇਣ ਵਾਲੇ ਇੰਨੇ ਕਿਰਪਾਲੂ ਹਨ ਕਿ ਇੱਕ ਵਿਦਵਾਨ ਦੀਆਂ ਪੰਕਤੀਆਂ ਯਾਦ ਆਉਂਦੀਆਂ ਨੇ। ਉਹ ਲਿਖਦਾ ਹੈ ਕਿ ਬੁਰੇ ਨਾਲ ਬੁਰਿਆਈ ਕਰਨੀ ਮੁਆਫ ਕਰਨ ਲਈ ਸਿਆਣੇ, ਬੁਰੇ ਨਾਲ ਭਲਾਈ ਕਰਨੀ ਇਹ ਗੁਰੂ ਨਾਨਕ ਜਾਣੇ। ਬੁਰਿਆਂ ਦੇ ਨਾਲ ਵੀ ਭਲਾ ਕਰ ਦੇਣਾ, ਉਹਨਾਂ ਦਾ ਉਧਾਰ ਕਰ ਦੇਣਾ, ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਰੀਤ ਹੈ। ਸੋ ਉਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਹਨੂੰ ਮਹਾਰਾਜ ਜੀ ਨੇ ਛਿੜਕਾ ਦੇ ਕੇ ਜਲ ਦਾ ਇਹਨੂੰ ਫਿਰ ਜੀਵਨ ਬਖਸ਼ਿਆ ਹੈ। ਜੈਸੇ ਗਾੜ ਨਿੰਦਰਾ ਮੈਂ ਸੁਪਤ ਚਿਰਕਾਲ ਹੂੰ ਕੋ। ਮਾਨੋ ਜਿਸ ਤਰ੍ਹਾਂ ਚਿਰੰਕਾਲ ਲੰਮੇ ਸਮੇਂ ਦਾ ਡੂੰਘੀ ਨੀਂਦ ਵਿੱਚ ਸੁੱਤਾ ਹੋਵੇ। ਜਾਗ ਪਰਿਓ ਤਾਤ ਕਾਲ ਸਾਰੀ ਸੁਧ ਤੈਸੇ ਚੀਨਾ। ਬੜੀ ਛੇਤੀ ਜਾਗਿਆ ਇਹ ਬ੍ਰਾਹਮਣ, ਉੱਠ ਕੇ ਬੈਠਾ, ਸਾਰੀ ਇਸ ਨੂੰ ਆਪਣੇ ਸਰੀਰ ਦੀ ਸੁੱਧ ਬੁੱਧ ਹੋ ਗਈ। ਹੀਰਾ ਚਹੂੰ ਹੋਰ ਬੈਠੇ ਨਰ ਪਰਿਵਾਰ ਕਰ। ਹੁਣ ਇਹਦੇ ਚਾਰੇ ਪਾਸੇ ਸਾਰੇ ਲੋਕ ਬੈਠੇ ਸੀ। ਜਦੋਂ ਉੱਠ ਕੇ ਬੈਠਾ, ਅੱਖਾਂ ਖੋਲ ਕੇ ਸਾਰੇ ਲੋਕਾਂ ਵੱਲ ਦੇਖਦਾ ਹੈ, ਹੈਰਾਨ ਵੀ ਹੁੰਦਾ ਹੈ। ਸੋ ਸਾਰੇ ਇਸ ਨੂੰ ਘੇਰਾ ਬਣਾ ਕੇ ਇਹਦੇ ਕੋਲ ਬੈਠੇ ਸਨ। ਸਿਮਰੀ ਖੋਟਾਈ ਨਿਜ ਲੋਚਨ ਨਵਾਏ ਦੀਨਾ। ਜਦੋਂ ਇਸ ਨੂੰ ਆਪਣੀ ਖੁਟਿਆਈ ਯਾਦ ਆਈ ਨਾ ਕਿ ਮੈਂ ਬੜਾ ਮਾੜਾ ਕੰਮ ਕੀਤਾ ਏ, ਉਸ ਵੇਲੇ ਨੇ ਆਪਣੀਆਂ ਜਿਹੜੀਆਂ ਅੱਖਾਂ ਸੀ ਨੀਵੀਆਂ ਕਰ ਲਈਆਂ। ਕਿਉਂਕਿ ਜਿੰਨਾ ਚਿਰ ਬੰਦਾ ਧਰਮ ਵਾਲੇ ਕੰਮ ਕਰਦਾ ਹੈ, ਉਹਨਾਂ ਚਿਰ ਉਹ ਸਿਰ ਚੁੱਕ ਕੇ ਜਿਉਂਦਾ ਏ।
ਸੋ ਅੱਖਾਂ ਮਿਲਾ ਕੇ ਗੱਲ ਕਰ ਸਕਦਾ ਏ। ਪਰ ਜੇ ਮਨ ਵਿੱਚ ਪਾਪ ਹੋਵੇ, ਖੁਟਿਆਈ ਹੋਵੇ, ਛਲ ਹੋਵੇ, ਫਿਰ ਉਸ ਦੇ ਕੀਤੇ ਹੋਏ ਮਾੜੇ ਕਰਮ ਹੀ ਜਿਹੜਾ ਉਹਦਾ ਸਮਾਜ ਵਿੱਚ ਸਿਰ ਨੀਵਾਂ ਕਰ ਦਿੰਦੇ। ਭਾਵੇਂ ਘਰ ਬੈਠਾ ਕਿੰਨੀਆਂ ਵੀ ਗੱਲਾਂ ਸੁਣਾਵੇ, ਪਰ ਸਮਾਜ ਵਿੱਚ ਉਸ ਤਰ੍ਹਾਂ ਨਹੀਂ ਵਿਚਰ ਸਕਦਾ ਜਿਸ ਤਰ੍ਹਾਂ ਕੋਈ ਧਰਮੀ ਵਿਚਰਦਾ ਹੈ। ਕਿਉਂਕਿ ਧਰਮੀ ਨੂੰ ਕੋਈ ਡਰ ਨਹੀਂ, ਉਹਦੇ ਪਾਪ ਵਿੱਚ ਚਿੱਤ ਵਿੱਚ ਕੋਈ ਪਾਪ ਨਹੀਂ, ਖੋਟ ਨਹੀਂ। ਇਸ ਕਰਕੇ ਹਮੇਸ਼ਾ ਉਹ ਸਿਰ ਚੁੱਕ ਕੇ ਜਿਉਂਦਾ ਹੈ। ਹੁਣ ਇਹ ਧਰਮੀ ਜਦੋਂ ਉੱਠਿਆ, ਅੱਖਾਂ ਖੋਲੀਆਂ, ਤੇ ਉਸ ਵੇਲੇ ਸ਼ਰਮ ਦਾ ਮਾਰਾ ਜਦੋਂ ਇਹਨੂੰ ਯਾਦ ਗੱਲ ਆਈ ਹੈ ਕਿ ਮੈਂ ਬੜਾ ਮਾੜਾ ਕੰਮ ਕੀਤਾ ਤੇ ਮੇਰਾ ਸਾਰਾ ਪਾਪ ਉਗਰ ਕੇ ਸਾਹਮਣੇ ਆ ਗਿਆ, ਉਸ ਵੇਲੇ ਨੇ ਦੁਸ਼ਟ ਨੇ ਆਪਣੀਆਂ ਅੱਖਾਂ ਜਿਹੜੀਆਂ ਸੀ ਨੀਵੀਆਂ ਕਰ ਲਈਆਂ। ਧਾਰੀ ਉਰ ਸ਼ਰਮ ਅਧਰਮੀ ਸੋ ਗੁਰੂ ਭਣੈ। ਇਹ ਵੱਡਾ ਅਧਰਮੀ ਤੇ ਉਸ ਵੇਲੇ ਬੜਾ ਸ਼ਰਮ ਦਾ ਜਿਹੜਾ ਸੀ ਇਹ ਭਰ ਗਿਆ, ਸ਼ਰਮ ਦਾ ਮਾਰਿਆ ਹੈ। ਕੈਸੇ ਤੂੰ ਭਰਮ ਕੈ ਕੁਕਰਮ ਕਮਾਇਓ ਹੈ। ਗੁਰਦੇਵ ਨੇ ਇਸ ਦੇ ਤਾਈਂ ਗੱਲ ਕਹੀ ਹੈ ਕਿ ਅਧਰਮੀਆਂ ਇੰਨਾ ਮਾੜਾ ਕੰਮ ਤੂੰ ਕਿਸ ਦੇ ਕਹਿਣ ਤੇ ਕੀਤਾ ਹੈ। ਲੀਨ ਤਨ ਧਾਨ ਕੀਨ ਪਾਨ ਖਾਨ ਨੀਕੀ ਜਰੀਤ। ਗੁਰੂ ਘਰ ਵਿੱਚੋਂ ਤੈਨੂੰ ਧਨ ਵੀ ਮਿਲਦਾ ਹੈ ਤੇ ਧਾਨ ਵੀ ਮਿਲਦਾ ਹੈ। ਧਾਨ ਹੁੰਦਾ ਹੈ ਰਾਸ਼ਨ ਇਤਿਆਦਿਕ, ਤੈਨੂੰ ਖਾਣ ਪੀਣ ਵਾਸਤੇ ਜਿਹੜਾ ਰਿਜ਼ਕ ਹੈ ਉਹ ਵੀ ਇੱਥੋਂ ਮਿਲ ਰਿਹਾ ਹੈ, ਚੰਗਾ ਧਨ ਵੀ ਤੈਨੂੰ ਇੱਥੋਂ ਮਿਲਦਾ ਹੈ। ਐਸੀ ਵਿਪਰੀਤ ਵਿਖੈ ਕਿਮ ਤੂੰ ਲੋਭਾਇਓ ਹੈ। ਪਰ ਕਿਸ ਨੇ ਤੇਰੀ ਬਿਰਤੀ ਇੰਨੀ ਲੋਭੀ ਬਣਾ ਦਿੱਤੀ, ਕਿਉਂਕਿ ਬੰਦਾ ਜਿਹੜੀ 10 ਨੋਹਾਂ ਦੀ ਕਿਰਤ ਹੈ ਉਹਨੂੰ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ, ਪਰ ਇਹ ਸੋਚਦਾ ਹੈ ਕਿ ਮੈਂ ਦਿਨੋਂ ਦਿਨ ਆਪਣੇ ਜਿਹੜਾ ਮਾੜਾ ਸਮਾਂ ਚੱਲ ਰਿਹਾ ਇਹਨੂੰ ਬਦਲ ਸਕਾਂ, ਜਾਂ ਦਿਨੋਂ ਦਿਨ ਮੈਂ ਬਹੁਤ ਅਮੀਰ ਹੋ ਜਾਵਾਂ। ਫਿਰ ਉਹ ਆਪਣੇ ਧਰਮ ਦੇ ਕਰਮ ਜਿਹੜੇ ਭੁਲਾ ਕੇ, ਉਸ ਦੀ ਕਦਰੋਂ ਕੀਮਤ ਭੁਲਾ ਕੇ ਫਿਰ ਧਰਮੀਆਂ ਵਾਲੇ ਕੰਮ ਕਰਦਾ ਹੈ। ਪਰ ਉਹ ਥੋੜ੍ਹੇ ਸਮੇਂ ਵਾਸਤੇ ਜਦੋਂ ਉਹਦੇ ਪਾਪ ਸਾਹਮਣੇ ਆਉਂਦੇ ਨੇ ਤੇ ਫਿਰ ਜੋ ਕੁਝ ਉਹਨੂੰ ਮਿਲਦਾ ਸੀ ਉਹਦੇ ਤੋਂ ਵੀ ਜਾਂਦਾ ਹੈ। ਇਹ ਲੋਕ ਵੀ ਉਹਦਾ ਖਰਾਬ ਹੁੰਦਾ ਹੈ ਤੇ ਪਰਲੋਕ ਵੀ। ਇਸ ਕਰਕੇ ਜਿਹੜੇ ਧਰਮੀ ਹਨ ਉਹ ਸਹਿਜਮਈ ਅਵਸਥਾ ਦੇ ਵਿੱਚ ਜੀਵਨ ਬਤੀਤ ਕਰਦੇ, ਸਹਿਜੇ ਸਹਿਜੇ ਹੀ ਸੰਸਾਰ ਦੇ ਵਿੱਚ ਉਹ ਸਮਾਂ ਲੰਘਾਉਂਦੇ ਹਨ। ਕਿਉਂਕਿ ਵਿਦਵਾਨਾਂ ਦਾ ਕਹਿਣਾ ਹੈ ਕਿ ਜਿਹੜਾ ਸਹਿਜ ਨਾਲ ਪੱਕਦਾ ਉਹ ਫਲ ਮਿੱਠਾ ਹੁੰਦਾ ਹੈ। ਆਪਾਂ ਦੇਖਦੇ ਹਾਂ ਸਮਾਜ ਵਿੱਚ ਕਈ ਵਾਰੀ ਕਈ ਫਲਾਂ ਨੂੰ ਕਈ ਤਰ੍ਹਾਂ ਦੀਆਂ ਦਵਾਈਆਂ ਵਰਤ ਕੇ ਪਕਾਇਆ ਜਾਂਦਾ ਹੈ। ਉਹ ਫਲ ਦੇਖਣ ਵਿੱਚ ਬੜੇ ਸੋਹਣੇ ਲੱਗਦੇ ਨੇ, ਪਰ ਖਾਣ ਤੋਂ ਬਾਅਦ ਸਰੀਰ ਵਿੱਚ ਕਈ ਤਰ੍ਹਾਂ ਦੇ ਰੋਗ ਉਤਪੰਨ ਕਰ ਦਿੰਦੇ। ਪਰ ਜਿਹੜਾ ਫਲ ਸਹਿਜੇ ਸਹਿਜੇ ਕੁਦਰਤ ਦੇ ਰੰਗਾਂ ਦੇ ਵਿੱਚ ਰਹਿ ਕੇ ਪੱਕਦਾ ਹੈ, ਉਹ ਫਲ ਸਰੀਰ ਲਈ ਲਾਭਦਾਇਕ ਹੁੰਦਾ ਹੈ। ਇਸੇ ਤਰ੍ਹਾਂ ਜੀਵ ਦੀ ਕਿਰਤ ਹੈ, ਜੇ ਸਹਿਜੇ ਸਹਿਜੇ ਕਰੇ, ਜੋ ਕੁਝ ਇਹਨੇ ਭਾਗਾਂ ਅਨੁਸਾਰ ਇਹਨੂੰ ਮਿਲੇ ਉਸ ਵਿੱਚ ਸਮਾਂ ਬਤੀਤ ਕਰੇ ਤੇ ਉਹਦਾ ਫਲ ਬਹੁਤ ਮਿੱਠਾ ਹੁੰਦਾ ਹੈ। ਪਰ ਜਦੋਂ ਬੰਦਾ ਕਾਲ ਪੁਣੇ ਵਿੱਚ ਆ ਕੇ ਧਰਮ ਦੇ ਕਰਮ ਭੁਲਾ ਦਿੰਦਾ ਹੈ, ਫਿਰ ਅਧਰਮੀਆਂ ਵਾਲੇ ਕਰਮ ਕਰਦਾ ਹੈ, ਪਾਪ ਕਰਦਾ ਹੈ, ਸੋ ਉਹ ਥੋੜ੍ਹੇ ਦਿਨਾਂ ਦੇ ਵਿੱਚ ਹੀ ਸਾਰਾ ਕੁਝ ਸਾਹਮਣੇ ਆਉਣ ਕਰਕੇ ਉਹਦਾ ਲੋਕ ਵੀ ਖਰਾਬ ਹੁੰਦਾ ਹੈ ਤੇ ਪਰਲੋਕ ਵੀ। ਉਹ ਹਾਲਤ ਇਹਦੀ ਹੋਈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਪੁੱਛਦੇ ਨੇ, ਮਹਾਰਾਜ ਕਹਿੰਦੇ ਦੱਸ, ਗੁਰੂ ਘਰ ਵਿੱਚੋਂ ਤੂੰ ਧਨ ਲੈਣਾ ਹੈ, ਰੋਜੀ ਵੀ ਇੱਥੋਂ ਪ੍ਰਾਪਤ ਕਰ ਰਿਹਾ ਹੈ, ਰਾਸ਼ਨ ਵੀ ਤੇਰਾ ਇੱਥੋਂ ਜਾ ਰਿਹਾ ਹੈ, ਗੁਰੂ ਘਰ ਦਾ ਨਮਕ ਖਾ ਕੇ ਕਿਹਨੇ ਤੇਰੀ ਮੱਤ ਜਿਹੜੀ ਉਹ ਲੋਭ ਵਾਲੀ ਬਣਾ ਦਿੱਤੀ, ਜਿਹਦੇ ਕਰਕੇ ਤੂੰ ਇੰਨਾ ਵੱਡਾ ਪਾਪ ਕੀਤਾ, ਕੁਕਰਮ ਕੀਤਾ ਹੈ। ਕੌਣ ਕਾਜ ਤੋਹੇ ਹੋਤ ਪਾਪ ਕੋ ਉਦੋਤ ਜਬ। ਦੱਸ ਕਿਹੜਾ ਕੰਮ ਜਿਹੜਾ ਹੈ ਉਹ ਤੇਰਾ ਸੌਖਾ ਹੋਇਆ, ਪਾਪ ਕੋ ਉਦੋਤ ਜਬ, ਜਦੋਂ ਤੇਰੇ ਮਨ ਵਿੱਚ ਪਾਪ ਆਇਆ, ਇਹਦੇ ਨਾਲ ਤੇਰਾ ਕਿਹੜਾ ਕੰਮ ਸਵਰ ਗਿਆ ਹੈ। ਕਹਿ ਦੋ ਕੁਛ ਦੀਨ ਕਿਨ ਪਾਪ ਸਿਖ ਲਾਇਓ ਹੈ। ਦੱਸ ਕਿਹਨੇ ਤੈਨੂੰ ਕੁਝ ਦਿੱਤਾ ਹੈ, ਕਿੰਨੀ ਕੁ ਰਕਮ, ਕਿੰਨੇ ਕੁ ਪੈਸੇ ਕਿਸੇ ਤੋਂ ਲਏ ਨੇ, ਜਿਹਦੇ ਕਰਕੇ ਤੂੰ ਪਾਪੀ ਬਣਿਆ, ਜਿਹਨੇ ਤੈਨੂੰ ਇਹ ਪਾਪ ਕਰਮ ਕਰਨ ਦੀ ਸਿੱਖਿਆ ਦਿੱਤੀ ਹੈ। ਸੱਚ ਹੀ ਬਤਾਓ ਨਹਿ ਕੀਜੀਏ ਬਲਾਉ ਮੂੜ। ਸੱਚ ਸੱਚ ਦੱਸ, ਹੁਣ ਕਿਸੇ ਤਰ੍ਹਾਂ ਦਾ ਵੀ ਜਿਹੜਾ ਹੈ ਉਹ ਵਲ ਛਲ ਨਾ ਕਰ ਐ ਮੂਰਖਾ। ਛੋਰੋ ਤੋਹੇ ਮਾਰਬੇ ਕੋ ਜਾਣੇ ਬਖਸ਼ਾਇਓ ਹੈ। ਛੱਡ ਦਿੱਤਾ ਤੈਨੂੰ ਮਾਰਨ ਤੋਂ, ਤੈਨੂੰ ਬਖਸ਼ ਦਿੱਤਾ ਹੈ। ਇਸ ਲਈ ਜੋ ਕੁਝ ਹੈ ਹੁਣ ਸੱਚੋ ਸੱਚ ਦੱਸ। ਹੁਣ ਨਾ ਵਲ ਛਲ ਕਰੀ, ਹੁਣ ਨਾ ਕਪਟ ਕਰੀ। ਜੋ ਜਿਹਨੇ ਤੈਨੂੰ ਭੇਜਿਆ ਹੈ, ਇਹ ਪਾਪ ਕਰਮ ਕਰਨ ਦੀ ਸਿੱਖਿਆ ਦਿੱਤੀ ਹੈ, ਉਹ ਸਾਰੀ ਗੱਲ ਸਾਡੇ ਸਾਹਮਣੇ ਦੱਸ। ਸੁਣ ਕੇ ਦਿਜਾ ਧੰਮ ਸਮੁਖ ਨਾ ਕਰਤ ਡੀਠ। ਇਹ ਪਾਪੀ ਜਿਹੜਾ ਬ੍ਰਾਹਮਣ ਸੀ, ਗੁਰਦੇਵ ਦੇ ਪਾਵਨ ਬਚਨ ਇਹ ਸੁਣ ਕੇ, ਮਹਾਰਾਜ ਦੇ ਮੁਖੋਂ ਇਹ ਬੋਲ ਸੁਣ ਕੇ
ਤੇ ਆਪਣੀਆਂ ਜਿਹੜੀਆਂ ਅੱਖਾਂ ਸੀ ਉਹ ਗੁਰੂ ਸਾਹਿਬ ਵੱਲ ਨਹੀਂ ਸੀ ਕਰਦਾ, ਕਿਉਂਕਿ ਜਿਹੜਾ ਅਧਰਮੀ ਪਾਪੀ ਬੰਦਾ ਹੁੰਦਾ ਹੈ ਜਾਂ ਤੇ ਉਹ ਬਹੁਤੀਆਂ ਗੱਲਾਂ ਕਰਕੇ ਆਪਣਾ ਪਾਪ ਲੁਕਾਉਣ ਦਾ ਯਤਨ ਕਰਦਾ ਹੈ, ਤੇ ਜਦੋਂ ਉਹਦਾ ਪਾਪ ਸਾਹਮਣੇ ਆ ਜਾਵੇ ਤੇ ਫਿਰ ਉਹਦੇ ਕੋਲੋਂ ਅੱਖਾਂ ਚੁੱਕੀਆਂ ਨਹੀਂ ਜਾਂਦੀਆਂ। ਇਹਨੇ ਗੁਰਦੇਵ ਦੇ ਅੱਗੇ ਨੀਵੀਂ ਪਾ ਲਈ, ਆਪਣੀ ਅੱਖਾਂ ਨਹੀਂ ਸੀ ਚੁੱਕਦਾ। ਨੀਠ ਨੀਠ ਉਪਰ ਕੋ ਲੋਚਨ ਉਠਾਏ ਹੈ। ਹੌਲੀ ਹੌਲੀ ਇਸ ਨੇ ਆਪਣੀਆਂ ਅੱਖਾਂ ਜਿਹੜੀਆਂ ਸੀ ਉੱਪਰ ਕੀਤੀਆਂ ਹਨ। ਕੰਪਤ ਸਰੀਰ ਔਰ ਧੀਰਜ ਨ ਤਰਾਸ ਮਹਾ। ਤੇ ਕੰਪਤ ਸਰੀਰ ਕੰਬਦਾ ਸੀ, ਔਰ ਧੀਰਜ ਨਾ ਤਰਾਸ, ਹਿਰਦੇ ਵਿੱਚ ਬਹੁਤਾ ਜਿਹੜਾ ਸੀ ਉਹ ਧੀਰਜ ਨਹੀਂ ਸੀ ਹੁਣ। ਔਰ ਧੀਰਜ ਨਾ ਤਰਾਸ ਮਹਾ, ਤੇ ਇਸ ਪ੍ਰਕਾਰ ਬਹੁਤ ਜ਼ਿਆਦਾ ਡਰਿਆ ਹੋਇਆ ਸੀ। ਭਇਓ ਭੈ ਭੀਤ ਕੌਣ ਪੀਰ ਉਪਜਾਏ ਹੈ। ਬੜਾ ਭੈ ਭੀਤ ਹੋਇਆ, ਬੜਾ ਡਰਿਆ ਕਿ ਕਿਹੜੀ ਪੀੜਾ ਜਿਹੜੀ ਹੈ ਉਹ ਮੇਰੇ ਅੰਦਰ ਉਤਪਨ ਹੋਈ ਹੈ। ਮ੍ਰਿਤਕ ਹੋਇਆ ਪਰਿਓ ਤਬ ਮ੍ਰਿਤਕਾ ਲਗੀ ਹੈ ਗਾਤ। ਜਦੋਂ ਧਰਤੀ ਤੇ ਡਿੱਗਾ ਸੀ, ਗੁਰੂ ਸਾਹਿਬ ਦੇ ਬਚਨਾਂ ਦੇ ਨਾਲ ਸੂਲ ਉੱਠਣ ਕਰਕੇ ਸਰੀਰ ਦੇ ਸਾਰੇ ਅੰਗਾਂ ਦੇ ਉੱਤੇ ਮਿੱਟੀ ਲੱਗੀ ਹੋਈ, ਸਾਰੇ ਸਰੀਰ ਦੇ ਅੰਗ ਜਿਹੜੇ ਸੀ ਮਿੱਟੀ ਨਾਲ ਭਰੇ ਹੋਏ ਹਨ। ਮੁਖ ਮੈਂ ਝਗੂਰ ਸੀਸ ਭਾਗ ਤੇ ਨੰਗਾਏ ਹੈ। ਇਹਦੇ ਮੂੰਹ ਦੇ ਵਿੱਚ ਝੱਗ ਸੀ ਤੇ ਸਿਰ ਦੇ ਉੱਤੇ ਜਿਹੜੀ ਪੱਗ ਸੀ ਉਹ ਨਹੀਂ ਸੀ, ਸਿਰ ਤੋਂ ਨੰਗਾ ਸੀ। ਅਸਲ ਵਿੱਚ ਜਿਹੜੀ ਪੱਗ ਹੈ ਇਹ ਵੀ ਇੱਕ ਧਰਮੀਆਂ ਦਾ ਚਿੰਨ੍ਹ ਹੈ, ਪਰ ਜਿਹੜੇ ਜਾਣ ਬੁੱਝ ਕੇ ਸਿਰੋਂ ਲਾਹ ਦਿੰਦੇ ਨੇ ਉਹ ਦੱਸਣਾ ਚਾਹੁੰਦੇ ਨੇ ਸਮਾਜ ਵਿੱਚ ਕਿ ਸਾਡੇ ਕੋਲ ਕਿੰਨਾ ਕੁ ਧਰਮ ਸਾਬਤ ਹੈ। ਇਸ ਲਈ ਸਭ ਤੋਂ ਪਹਿਲੀ ਸਿੱਖੀ ਜਿਹੜੀ ਹੈ ਉਹ ਗੁਰਦੇਵ ਨੇ ਬਖਸ਼ੀ ਹੈ ਕਿ ਸਿੱਖੀ ਕੇਸਾਂ ਤੋਂ ਜਿਹੜੀ ਹੈ ਉਹ ਆਰੰਭ ਹੋ ਰਹੀ। ਅਰਦਾਸ ਵਿੱਚ 2 ਵਾਰ ਜ਼ਿਕਰ ਕੇਸਾਂ ਦਾ ਪੜ੍ਹਦੇ ਹਾਂ। ਕੇਸਾਂ ਦੀ ਸੰਭਾਲ ਵਾਸਤੇ ਹੀ ਜਿਹੜੀ ਦਸਤਾਰ ਸਿਰ ਦੇ ਉੱਤੇ ਸਜਾਈ ਜਾਂਦੀ। ਇਹ ਵੱਡਾ ਧਰਮੀ ਸੀ, ਪਾਪ ਕਰਮ ਕੀਤਾ, ਸਾਹਮਣੇ ਆਇਆ, ਧਰਤੀ ਤੇ ਡਿੱਗਾ ਤੇ ਸਿਰ ਤੋਂ ਪੱਗ ਉਤਰ ਗਈ। ਹੁਣ ਹੋਸ਼ ਆਈ ਹੈ, ਨੰਗੇ ਸਿਰ ਗੁਰੂ ਸਾਹਿਬ ਦੇ ਅੱਗੇ ਬੈਠਾ ਸੀ। ਮਾਨੋ ਨਰਕ ਤੇ ਨਿਕਾਸ ਕੇ ਬਿਠਾਇਓ ਅਗੀ। ਇਸ ਤਰ੍ਹਾਂ ਦੀ ਹਾਲਤ ਸੀ ਮਾਨੋ ਕਿ ਵੱਡੇ ਪਾਪੀ ਨੂੰ ਨਰਕਾਂ ਵਿੱਚੋਂ ਕੱਢ ਕੇ ਸਾਹਮਣੇ ਬਿਠਾਇਆ ਹੋਵੇ। ਪੀਤ ਮੁਖ ਲੋਟ ਬੇ ਤੇ ਭਿਓ ਬਿਕੁਲਾਏ ਹੈ। ਮੂੰਹ ਜਿਹੜਾ ਸੀ ਉਹ ਪੀਲੇ ਰੰਗ ਦਾ ਹੋਇਆ ਸੀ ਤੇ ਲੇਟਣ ਦੇ ਨਾਲ ਜਿਹੜਾ ਸਰੀਰ ਸੀ ਇਹਦਾ ਬੜਾ ਵਿਆਕੁਲ ਹੋ ਗਿਆ ਸੀ। ਸੂਲ ਨੇ ਸੰਕਟ ਦਿਓ ਸੂਲ ਜਿਉ ਚੁਬੇ ਹੈ ਤਨ। ਜਿਹੜੀ ਸੂਲ ਉੱਠੀ ਸੀ ਉਹਨੇ ਬਹੁਤਾ ਦੁੱਖ ਦਿੱਤਾ ਸੀ, ਮਾਨੋ ਕਿ ਕੰਡਾ ਜਿਹੜਾ ਸੀ ਦੇ ਅੰਦਰ ਚੁਭਿਆ ਹੋਵੇ ਪੀੜ ਦਾ। ਭਇਓ ਅਸ ਸੂਲ ਨਾ ਬਿਲਿਓ ਕਿਉ ਜਾਏ ਪਾਤ ਕੀ। ਤੇ ਇਸ ਤਰ੍ਹਾਂ ਦੀ ਸੂਲ ਜਿਹੜੀ ਸੀ ਇਹਦੇ ਅੰਦਰ ਉੱਠੀ ਸੀ, ਬਿਲੋਕਿਓ ਜਬ ਪਾਤ ਕੀ, ਜਦੋਂ ਇਸ ਪਾਪੀ ਨੂੰ ਦੇਖਿਆ। ਬੋਲਿਓ ਹੱਥ ਜੋਰ ਕਰ ਚੋਰ ਸਮ ਘੋਰ ਅਗੀ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੱਗੇ ਹੱਥ ਜੋੜ ਲਏ ਤੇ ਜਿਸ ਤਰ੍ਹਾਂ ਕੋਈ ਚੋਰ ਫੜਿਆ ਹੋਵੇ ਤੇ ਫਿਰ ਚੋਰ ਦਾ ਸਾਹਮਣੇ ਉਹਦਾ ਕੀਤੀ ਹੋਈ ਚੋਰੀ ਸਾਹਮਣੇ ਰੱਖੀ ਜਾਵੇ ਤੇ ਫਿਰ ਉਹ ਬਹੁਤ ਡਰਦਾ ਹੈ। ਉਸ ਤਰ੍ਹਾਂ ਦੀ ਹਾਲਤ ਇਸ ਦੀ ਸੀ ਕਿਉਂਕਿ ਪਾਪ ਫੜਿਆ ਗਿਆ। ਹੱਥ ਜੋੜ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੱਗੇ ਜਿਹੜਾ ਵੱਡਾ ਪਾਪੀ ਕਹਿਣ ਲੱਗਾ, ਸ਼ੋਰ ਤੇ ਬਤਾਵਾਂ ਬਾਦ ਭਈ ਜਿਮ ਘਾਤ ਕੀ। ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ ਹੁਣ ਮੈਂ ਸ਼ੁਰੂ ਤੋਂ ਦੱਸਦਾ ਜਿਸ ਦੇ ਨਾਲ ਮੈਂ ਵੱਡਾ ਪਾਪ ਕਰਨ ਆਇਆ ਸੀ। ਪ੍ਰਿਥੀਏ ਬੁਲਾਏ ਮੋਹੇ ਬੋਲ ਕਹਿ ਲੁਭਾਇਓ ਧਰੋਹੇ। ਪ੍ਰਿਥੀ ਚੰਦ ਨੇ ਮੈਨੂੰ ਬੁਲਾਇਆ ਸੀ ਤੇ ਮੈਨੂੰ ਗੱਲਾਂ ਦੇ ਵਿੱਚ ਲਾ ਕੇ ਵੱਡਾ ਕਪਟ ਕਰਨ ਵਾਸਤੇ ਪ੍ਰੇਰਿਆ, ਧੋਖਾ ਕਰਨ ਵਾਸਤੇ ਪ੍ਰੇਰਿਆ ਹੈ। ਠਾਨੈ ਬੋਹ ਦਰੋਹ ਕ੍ਰੋਹ ਮਹਾ ਉਤਪਾਤ ਕੀ। ਸਤਿਗੁਰੂ ਜੀ ਵੱਡਾ ਵੈਰ ਤੁਹਾਡੇ ਨਾਲ ਕਰਦਾ ਹੈ, ਉਹ ਬਹੁਤ ਵੱਡਾ ਪਾਪੀ ਹੈ। ਮੇਰੋ ਸਨਮਾਨ ਕਰ ਮధుਰ ਬਖਾਨ ਕਰ। ਮੈਨੂੰ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਉਹਨੇ ਪ੍ਰੇਰਿਆ, ਫਿਰ ਮੇਰਾ ਬਹੁਤ ਜ਼ਿਆਦਾ ਉਹਨੇ ਸਨਮਾਨ ਕੀਤਾ ਸੀ। ਸ਼ੀਸ਼ਿਆ ਸ਼ੁਮ ਜਿਉ ਮਹਾਨ ਕਰ ਬਾਰਤਾ ਜੋ ਰਾਤ ਕੀ। ਤੇ ਫਿਰ ਮੈਨੂੰ ਸਿੱਖਿਆ ਦੇਣ ਲੱਗਾ। ਰਾਤ ਦੇ ਸਮੇਂ ਦੀ ਇਹ ਵਾਰਤਾ ਹੈ, ਰਾਤ ਦੇ ਸਮੇਂ ਦੀ ਗੱਲ ਹੈ। ਪੰਜ ਸਹਿਜ ਤਪਨ ਦੇਵੋ ਏਕ ਬਾਰ ਗਿਣਾ। ਮੈਨੂੰ ਪ੍ਰਿਥੀ ਚੰਦ ਨੇ ਪ੍ਰੇਰਿਆ ਸੀ ਪਾਪ ਕਰਨ ਵਾਸਤੇ। 500 ਰੁਪਈਆ ਦੇ ਕੇ ਮੈਨੂੰ ਪ੍ਰੇਰਨਾ ਦਿੱਤੀ ਸੀ। ਫੇਰ ਸੋਧ ਲਿਓ ਤੇਰੀ ਸਦਾ ਗੁਜਰਾਨ ਕੀ। ਕਹਿੰਦਾ ਸੀ ਕਿ ਤੇਰੀ ਮੈਂ ਸਦਾ ਹੀ ਖਬਰਸਾਰ ਲੈਂਦਾ ਰਹਾਂਗਾ। ਭਾਵੇਂ ਤਬ ਪ੍ਰੇਰਿਓ ਮੋਹਿ ਮਾਨ ਲੀਨ ਭਣੀ ਤੈਨਾ। ਤੇ ਮੈਨੂੰ ਫਿਰ ਭਾਵੀ ਨੇ ਪ੍ਰੇਰਿਆ, ਸਮਾਂ ਹੀ ਕੋਈ ਮਾੜਾ ਮੇਰੇ ਤੇ ਆ ਗਿਆ ਸੀ। ਮੇਰੇ ਅੰਦਰ ਜਿਹੜੀ ਸੀ ਉਹ ਪ੍ਰੇਰਨਾ ਹੋਈ ਤੇ ਮਾਨ ਲੀਨ ਭਣੀ ਤਿੰਨ। ਜਿਸ ਤਰ੍ਹਾਂ ਪ੍ਰਿਥੀ ਚੰਦ ਨੇ ਮੈਨੂੰ ਕਰਨ ਵਾਸਤੇ ਕਿਹਾ ਉਹਦੀ ਮੈਂ ਗੱਲ ਸਾਰੀ ਮੰਨ ਲਈ। ਸੰਖਿਆ ਮੰਗਾਏ ਕਰ ਦੀਨ ਨਿਜ ਪਾਣ ਕੀ। ਤੁਹਾਡੇ ਭਰਾ ਪ੍ਰਿਥੀ ਚੰਦ ਨੇ ਫਿਰ ਜ਼ਹਿਰ ਮੰਗਾਇਆ ਤੇ ਜ਼ਹਿਰ ਮੰਗਾ ਕੇ ਮੇਰੇ ਹੱਥ ਵਿੱਚ ਦਿੱਤਾ ਹੈ। ਲਿਆਇਓ ਮੈਂ ਰਗਰ ਪੁਰੀ ਬਾਂਧ ਕਰ ਧਰੀ ਸਿਰ। ਉਸ ਜ਼ਹਿਰ ਨੂੰ ਮੈਂ ਰਗੜ ਕੇ ਇੱਥੇ ਲਿਆਇਆ,
ਪੁੜੀ ਬੰਨ ਕੇ ਮੈਂ ਆਪਣੀ ਪੱਗ ਦੇ ਵਿੱਚ ਰੱਖ ਲਈ ਸੀ। ਭੋਰ ਹੋਤ ਦਦ ਮੈਂ ਮਿਲਾਈ ਹੇਤ ਖਾਣ ਕੀ। ਸਵੇਰ ਹੋਣ ਤੇ ਮੈਂ ਦਹੀਂ ਦੇ ਵਿੱਚ ਉਹ ਜ਼ਹਿਰ ਮਿਲਾਇਆ ਖਾਣ ਵਾਸਤੇ। ਮਤ ਮੇਰੀ ਹਾਨ ਕੀ ਦ੍ਰਿੜਾਈ ਪਾਪ ਠਾਨ ਕੀ। ਮਹਾਰਾਜ ਮੇਰੀ ਮੱਤ ਮਾਰੀ ਗਈ, ਦ੍ਰਿੜਾਈ ਪਾਪ ਠਾਨ ਕੀ, ਤਾਂ ਮੈਂ ਪਾਪ ਨੂੰ ਦ੍ਰਿੜ ਕੀਤਾ, ਭਰਮਾਈ ਤਾਂ ਮੈਂ ਪਾਪ ਕਰਨ ਵਾਸਤੇ ਤਿਆਰ ਹੋਇਆ। ਭਰਮਾਈ ਜੋ ਅਜਾਨ ਕੀ ਨਾ ਕੀਨ ਬਾਤ ਸਿਆਣ ਕੀ। ਮੈਂ ਮੂਰਖ ਬਣ ਗਿਆ ਤੇ ਕਿ ਕੋਈ ਮੈਂ ਸਿਆਣਾ ਕੰਮ ਨਹੀਂ ਕੀਤਾ, ਮੈਂ ਬਹੁਤ ਮਾੜਾ ਕੰਮ ਕੀਤਾ ਹੈ। ਸ੍ਰੀ ਹਰਗੋਬਿੰਦ ਕਰਾਮਾਤ ਮੈਂ ਬਿਲਾਂਦੂ। ਪਰ ਤੁਹਾਡੇ ਸਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਜੀ ਵੱਡੇ ਕਰਾਮਾਤੀ ਹਨ। ਜਾਣ ਪਾਣ ਤੇ ਹਟਾਏ ਨਹੀਂ, ਪਾਨ ਕਰੀ ਤਿਆਗ ਉਹਨਾਂ ਨੇ ਦੀਨਾ। ਜਾਣ ਲਿਆ ਤੇ ਜਿਹੜਾ ਦਹੀਂ ਸੀ ਇਹ ਪੀਤਾ ਨਹੀਂ, ਪੀਣ ਤੋਂ ਹਟਾ ਦਿੱਤਾ। ਦੇਨ ਬਿਖ ਕਾਰਨ ਉਚਾਰਨ ਕਰਿਓ ਹੈ ਸਭ। ਉਹ ਜਾਣ ਗਏ ਕਿ ਦਹੀਂ ਦੇ ਵਿੱਚ ਜ਼ਹਿਰ ਸੀ, ਇਸ ਕਰਕੇ ਉਹਨਾਂ ਨੇ ਉੱਚੀ ਉੱਚੀ ਆਵਾਜ਼ ਦਿੱਤੀ ਹੈ। ਆਪ ਹੋ ਕਿਰਪਾਲ ਸ਼ਿਮਾ ਛਿਤ ਕੇ ਸਮਾਨ ਚੀਨਾ। ਪਰ ਗੁਰਦੇਵ ਆਪ ਜੀ ਨੇ ਖਿਮਾ ਕੀਤੀ ਹੈ। ਜਿਸ ਤਰ੍ਹਾਂ ਧਰਤੀ ਦੇ ਵਿੱਚ ਖਿਮਾ ਹੈ, ਇਸ ਤਰ੍ਹਾਂ ਧਰਤੀ ਦੇ ਸਮਾਨ ਆਪ ਜੀ ਦੇ ਵਿੱਚ ਖਿਮਾ ਕਰਨ ਦੀ ਸਮਰੱਥਾ ਹੈ। ਕਿਉਂਕਿ ਜਦੋਂ ਕਿਸੇ ਦੇ ਨਾਲ ਕੋਈ ਮਾੜਾ ਕਰਦਾ ਹੈ ਤੇ ਮਨੁੱਖ ਵੀ ਉਸੇ ਤਰ੍ਹਾਂ ਦੀ ਬਿਰਤੀ ਰੱਖਦਾ ਹੈ। ਪਰ ਇਹ ਗੁਰਦੇਵ ਇਹ ਸਾਰਾ ਕੁਝ ਹੋਇਆ ਤੇ ਕਰਵਾਇਆ ਪ੍ਰਿਥੀ ਚੰਦ ਨੇ ਮੇਰੇ ਪਾਸੋਂ। ਪਰ ਆਪ ਹੋ ਕਿਰਪਾਲ ਸ਼ਿਮਾ ਛਿਤ ਕੇ ਸਮਾਨ ਚੀਨ, ਆਪ ਜੀ ਕਿਰਪਾਲੂ ਹੋ ਤੇ ਆਪ ਜੀ ਦੇ ਖਿਮਾ ਜਿਹੜੀ ਹੈ ਆਪ ਜੀ ਦੇ ਅੰਦਰ ਧਰਤੀ ਵਰਗੀ ਹੈ। ਲੋਭੇ ਕੀਲ ਹਿਰਨੇ ਕਹਿਰ ਉਪਜਾਇਓ ਔਰ। ਲੋਭੀ ਕੀ ਲਹਿਰ ਨੇ, ਲੋਭ ਦੀ ਲਹਿਰ ਜਿਹੜੀ ਸੀ ਨਾ, ਕਿਉਂਕਿ ਲੋਭ ਦੀ ਲਹਿਰ ਹੈ ਬਹੁਤ ਬੁਰੀ, ਇਹ ਵੀ ਇੱਕ ਵੱਡਾ ਵਿਕਾਰ ਹੈ। ਜਿਸ ਤਰ੍ਹਾਂ ਸਮੁੰਦਰ ਦੀਆਂ ਲਹਿਰਾਂ ਵਿੱਚ ਜਦੋਂ ਬੰਦਾ ਆ ਜਾਵੇ ਬਚਣਾ ਔਖਾ ਹੁੰਦਾ ਹੈ, ਇਸੇ ਤਰ੍ਹਾਂ ਜਦ ਲੋਭ ਦੀ ਲਹਿਰ ਚੱਲਦੀ ਹੈ ਤੇ ਫਿਰ ਇਸ ਲਹਿਰ ਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੈ। ਬਲਕਿ ਔਖਾ ਕੀ, ਨਿਕਲਿਆ ਹੀ ਨਹੀਂ ਜਾਂਦਾ। ਜਿਹੜੇ ਕਮਾਈ ਵਾਲੇ ਹਨ ਉਹੀ ਇਹਨਾਂ ਲਹਿਰਾਂ ਤੋਂ ਬਚ ਜਾਂਦੇ ਨੇ। ਕਾਮ ਤੋਂ, ਕ੍ਰੋਧ ਤੋਂ, ਲੋਭ ਤੋਂ, ਮੋਹ ਤੋਂ, ਅਹੰਕਾਰ ਤੋਂ ਬਸ ਨਾਮ ਜਪਣ ਵਾਲੇ ਬਚੇ ਹਨ। ਬਾਕੀ ਤਾਂ ਇਸ ਦੀ ਲਹਿਰ ਦੇ ਵਿੱਚ ਆ ਕਰਕੇ ਡੁੱਬ ਜਾਂਦੇ ਨੇ। ਮਹਾਰਾਜ ਲੋਭ ਕੀ ਲਹਿਰ ਨੇ ਕਹਿਰ ਉਪਜਾਇਓ ਔਰ, ਐਸੀ ਲੋਭ ਦੀ ਲਹਿਰ ਚੱਲੀ ਕਿ ਇਹਨੇ ਬਹੁਤਾ ਜਿਹੜਾ ਕਹਿਰ ਸੀ ਮੇਰੇ ਮਨ ਵਿੱਚ ਪੈਦਾ ਕੀਤਾ। ਪਾਤੇ ਤੇ ਉਦਾਹਰਨ ਕੋਰਾਵਰ ਬਿਰਦ ਕੀਨਾ। ਪਰ ਆਪ ਜੀ ਦਾ ਬਿਰਦ ਸੁਭਾਅ ਧਰਮ ਹੈ ਕਿ ਤੁਸੀਂ ਪਤਤਾਂ ਨੂੰ ਵੀ ਤਾਰਨ ਵਾਲੇ ਹੋ, ਪਤਤਾਂ ਦਾ ਵੀ ਉਧਾਰ ਕਰਦੇ ਹੋ। ਭਾਈ ਗੁਰਦਾਸ ਜੀ ਦੇ ਬਚਨ ਆਪਾਂ ਪੜ੍ਹਦੇ ਹਨ ਕਿ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੌਰ, ਤੁਮਰੋ ਬਿਰਦ ਕਰ ਆਸਰੋ ਸੰਭਾਰ। ਮੈਂ ਤਾਂ ਜਿਹੜੇ ਕੰਮ ਕੀਤੇ ਨਰਕਾਂ 'ਚ ਵੀ ਥਾਂ ਨਹੀਂ ਸੀ ਮਿਲਣੀ, ਪਰ ਤੁਹਾਡੇ ਬਿਰਦ ਕਰਕੇ, ਤੁਹਾਡੇ ਧਰਮ ਕਰਕੇ ਮੈਂ ਆਸਾ ਰੱਖਦਾ। ਐ ਗੁਰਦੇਵ ਆਪ ਜੀ ਪਤਤਾਂ ਨੂੰ ਉਧਾਰਨ ਵਾਲੇ ਹੋ, ਇਹ ਆਪ ਜੀ ਦਾ ਬਿਰਦ ਹੈ, ਇਹ ਆਪ ਜੀ ਦਾ ਧਰਮ ਸੁਭਾਅ ਹੈ। ਬਖਸ਼ੋ ਖਤਾ ਕੋ ਕਹੋ ਸਾਚ ਮੈਂ ਪਤਾ ਕੋ ਅਬ। ਐ ਗੁਰਦੇਵ ਸੱਚੋ ਸੱਚ ਗੱਲ ਇਹੋ ਸੀ। ਹੁਣ ਮੇਰੀ ਜਿਹੜੀ ਖਤਾ ਭੁੱਲ ਹੋਈ ਕਿਰਪਾ ਕਰਕੇ ਇੱਥੇ ਬਖਸ਼ ਦਿਓ, ਕਿਉਂਕਿ ਮੈਨੂੰ ਹੁਣ ਸੋਝੀ ਆਈ ਹੈ। ਕਿਉਂਕਿ ਲੋਭ ਦੀ ਲਹਿਰ ਇੰਨੀ ਕੁ ਤੇਜ਼ ਸੀ, ਜਦੋਂ ਚੱਲਦੀ ਹੈ ਫਿਰ ਸਾਰੀ ਕਦਰੋ ਕੀਮਤ ਨੇਕੀ ਦੀ ਭੁਲਾ ਦਿੰਦੀ। ਫਿਰ ਬੰਦੇ ਨੂੰ ਭੁੱਲ ਜਾਂਦਾ ਹੈ ਕੌਣ ਆਪਣਾ ਕੌਣ ਬੇਗਾਨਾ। ਇੱਥੋਂ ਤੱਕ ਮੱਤ ਮਾਰੀ ਜਾਂਦੀ ਹੈ ਕਿ ਸਕੀ ਮਾਂ ਜਨਮ ਦੇਣ ਵਾਲੀ ਨੂੰ ਵੀ ਫਿਰ ਨਹੀਂ ਬਖਸ਼ਦਾ। ਐਸੇ ਮਨੁੱਖ ਦੇਖੇ ਨੇ। ਘਰ ਵਿੱਚ ਮਾਪਿਆਂ ਨੂੰ ਰੱਖਣ 'ਤੇ ਵੀ ਕਹਿਣਗੇ ਕਿ ਤੁਹਾਡਾ ਇੰਨਾ ਕਿਰਾਇਆ ਬਣਦਾ ਹੈ ਦਿਓ। ਇਹ ਵੀ ਇੱਕ ਲੋਭ ਦੀ ਲਹਿਰ ਹੀ ਹੈ ਨਾ, ਕਿ ਇਹਨਾਂ ਤੁਹਾਡਾ ਖਰਚਾ ਬਣਿਆ ਹੁਣ ਇਹ ਆਪਣਾ ਖਰਚਾ ਤੁਸੀਂ ਸਾਨੂੰ ਦਿਓ। ਇਸ ਕਰਕੇ ਮਹਾਰਾਜ ਇਹ ਲੋਭ ਦੀ ਲਹਿਰ ਕਰਕੇ ਮੈਂ ਭਰਮ ਗਿਆ ਸੀ। ਪਰ ਆਪ ਕਿਰਪਾਲੂ ਹੋ, ਕਿਰਪਾ ਕਰਕੇ ਬਖਸ਼ ਦਿਓ ਤੇ ਕਿਰਪਾ ਕਰਕੇ ਮੈਨੂੰ ਮੇਰੀ ਕੀਤੀ ਜਿਹੜੀ ਖਤਾ ਸੀ, ਭੁੱਲ ਸੀ, ਇਹ ਮੁਆਫ ਕਰ ਦਿਓ। ਕਰੋ ਨਾ ਭਰੋਸਵਾ ਕੋ ਪਾਪ ਮੈਂ ਪ੍ਰਵੀਨ ਪੀਣਾ। ਮਹਾਰਾਜ ਆਪ ਜੀ ਦਾ ਜਿਹੜਾ ਭਰਾ ਹੈ ਉਹ ਬਹੁਤ ਵੱਡਾ ਪਾਪੀ ਹੈ, ਪਾਪ ਦੇ ਵਿੱਚ ਬੜਾ ਚਤੁਰ ਹੈ। ਉਹਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਭਰੋਸਾ ਯਕੀਨ ਨਾ ਰੱਖੋ। ਸਵਈਆ ਸ੍ਰੀ ਗੁਰੂ ਨੇ ਸੁਨੋ ਸਾਚ ਭਣਿਓ ਜਬ। ਹੁਣ ਇਹ ਵੀ ਤਾਂ ਇੱਕ ਲੋਭ ਦੀ ਲਹਿਰ ਹੀ ਸੀ ਨਾ। ਬਾਬਾ ਪ੍ਰਿਥੀ ਚੰਦ ਸਕਾ ਭਰਾ ਹੈ, ਪਰ ਅੰਦਰ ਲੋਭ ਦੀ ਲਹਿਰ ਇੰਨੀ ਕੁ ਤੇਜ਼ ਸੀ ਕਿ ਭਰਾ ਨੂੰ ਨਹੀਂ ਸੀ ਬਖਸ਼ ਰਿਹਾ। ਗੁਰੂ ਅਰਜਨ ਦੇਵ ਸਾਹਿਬ ਨੂੰ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਨੇ ਦਿੱਤੀ ਹੈ, ਪਰ ਨਹੀਂ ਸੀ ਦੇਖ ਕੇ ਬਰਦਾਸ਼ਤ ਹੁੰਦਾ ਕਿ ਇਹਨਾਂ ਘਰ ਗੁਰਤਾ, ਇਹਨਾਂ ਦੀ ਬੰਸ ਵਿੱਚ ਗੁਰਤਾ ਕਿਸ ਤਰ੍ਹਾਂ ਸਲਾਮਤ ਰਹੇ। ਮੈਂ ਯਤਨ ਕਰਾਂ ਮੇਰੇ ਘਰ ਵਿੱਚ ਆਵੇ। ਹੁਣ ਇੱਧਰ ਸ਼੍ਰੀ ਗੁਰ ਨੇ ਸੁਨ ਸਾਚ ਭਨਿਓ ਜਬ ਹੋਏ ਕਿਰਪਾਲ ਬਖਸ਼ ਦੇਣਾ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ
ਜਦੋਂ ਇਹਦੇ ਪਾਸੋਂ ਇਹ ਸੱਚ ਸੁਣਿਆ ਤੇ ਕਿਰਪਾਲੂ ਹੋਏ ਤੇ ਬਖਸ਼ਨਤ ਬੈਨ ਬਖਸ਼ਦਿਆਂ ਹੋਇਆਂ ਸਤਿਗੁਰੂ ਜੀ ਨੇ ਬਚਨ ਕਹੇ ਹਨ। ਹੋਏ ਕਿਰਪਾਲ ਬਖਾਨਤ ਬੈਨਾ। ਹਾਂ, ਤੇ ਸਤਿਗੁਰੂ ਜੀ ਨੇ ਕਿਰਪਾਲੂ ਹੋ ਕੇ ਬਚਨ ਕਹੇ ਹਨ। ਕੀਨ ਖਤਾ ਜਿਨ ਕੀ ਤੁਜਨੇ ਤੇਨਾ। ਗੁਰਦੇਵ ਕਹਿੰਦੇ ਹਨ, ਜਿਨ੍ਹਾਂ ਕਰਕੇ ਵੱਡੀ ਖਤਾ ਕੀਤੀ ਹੈ। ਆਗੇ ਬਿਨੈ ਕਰ ਹੋਇ ਮਨ ਦੈਨਾ। ਜਿਨ੍ਹਾਂ ਦੀ ਤੂੰ ਖਤਾ ਕੀਤੀ, ਜਿਨ੍ਹਾਂ ਦਾ ਨਿਰਾਦਰ ਕੀਤਾ, ਜਿਨ੍ਹਾਂ ਨੂੰ ਤੂੰ ਮਾਰਨਾ ਚਾਹੁੰਦਾ ਸੀ, ਫਿਰ ਉਹਨਾਂ ਪਾਸੋਂ ਭੁੱਲ ਮੰਗ, ਉਹਨਾਂ ਪਾਸੋਂ ਆਪਣੀ ਭੁੱਲ ਬਖਸ਼ਾ। ਸੋ ਬਖਸ਼ੈ ਸ਼ਰਨੀ ਪਰਿਏ। ਉਹ ਤੈਨੂੰ ਬਖਸ਼ਣਗੇ, ਉਹਨਾਂ ਦੀ ਸ਼ਰਨ ਦੇ ਵਿੱਚ ਪੈ। ਅਪਰਾਧ ਅਸਾਧਨ ਤੇ ਜਿਨ ਭੈਣਾ। ਵੱਡਾ ਤੂੰ ਅਪਰਾਧ ਕੀਤਾ ਹੈ ਤੇ ਮਨ ਵਿੱਚ ਡਰ ਨਹੀਂ ਰੱਖਿਆ। ਸ਼੍ਰੀ ਹਰਗੋਬਿੰਦ ਸਾਹਿਬ, ਉਹਨਾਂ ਦਾ ਤੂੰ ਨਿਰਾਦਰ ਕਰਨਾ ਚਾਹਿਆ, ਉਹਨਾਂ ਦੇ ਨਾਲ ਵੱਡੀ ਤੂੰ ਖਤਾ ਕੀਤੀ ਹੈ, ਇਸ ਕਰਕੇ ਉਹਨਾਂ ਦੀ ਚਰਨੀ ਪੈ, ਉਹਨਾਂ ਤੂੰ ਆਪਣੀ ਭੁੱਲ ਬਖਸ਼ਾ ਲੈ। ਮਾਤ ਕੀ ਗੋਦ ਮੈਂ ਬੈਠੇ ਬਿਰਾਜਤ। ਉਸ ਸਮੇਂ ਸ਼੍ਰੀ ਹਰਗੋਬਿੰਦ ਸਾਹਿਬ ਬਾਲ ਅਵਸਥਾ ਦੇ ਵਿੱਚ ਮਾਤਾ ਗੰਗਾ ਜੀ ਦੀ ਗੋਦ ਵਿੱਚ ਬੈਠੇ ਹੋਏ ਨੇ। ਯਾਹੀ ਕੇ ਨਾਮ ਤੇ ਹੋਵੈ ਸੁਖ ਚੈਨਾ। ਜਿਨ੍ਹਾਂ ਸਤਿਗੁਰਾਂ ਦੇ ਨਾਮ ਲਿਆਂ ਹੀ ਸੁਖ ਅਤੇ ਚੈਨ ਦੀ ਪ੍ਰਾਪਤੀ ਹੁੰਦੀ ਹੈ। ਪਿਆਰ ਨਾਲ ਸਾਰੀ ਸੰਗਤ ਆਖੋ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਕਵੀ ਜੀ ਕਹਿੰਦੇ ਨੇ, ਜਿਨ੍ਹਾਂ ਸਤਿਗੁਰਾਂ ਦੇ ਨਾਮ ਲਿਆਂ ਚੈਨ ਅਤੇ ਸੁਖ ਦੀ ਪ੍ਰਾਪਤੀ ਹੁੰਦੀ ਹੈ, ਉਹਨਾਂ ਸਤਿਗੁਰਾਂ ਨੂੰ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਸਾਰੇ ਪਾਪ ਨਾਸ਼ ਹੁੰਦੇ। ਦਰਸ਼ਨ ਪਰਸਨ ਦੇ ਨਾਲ ਹੀ ਸਾਰੇ ਪਾਪ ਦੂਰ ਹੁੰਦੇ ਨੇ। ਜੇ ਕੋਈ ਭਾਵਨਾ ਦੇ ਨਾਲ ਗੁਰਦੇਵ ਦੇ ਕੋਲ ਆਵੇ, ਗੁਰੂ ਦੇ ਬਚਨ ਸੁਣੇ, ਉਹਦੀ ਕਮਾਈ ਕਰੇ ਤੇ ਲੋਕ ਸਫਲਾ ਪਰਲੋਕ ਸੁਹੇਲਾ ਹੁੰਦਾ ਹੈ। ਉਹਨਾਂ ਦੇ ਨਾਲ ਇੰਨਾ ਵੱਡਾ ਅਪਰਾਧ ਕੀਤਾ, ਵੱਡੀ ਭੁੱਲ ਕੀਤੀ। ਧੰਨ ਸ਼੍ਰੀ ਹਰਗੋਬਿੰਦ ਸਾਹਿਬ ਜੀ ਮਾਤਾ ਜੀ ਦੀ ਗੋਦ ਵਿੱਚ ਵਿਰਾਜਮਾਨ ਸਨ। ਸ੍ਰੀ ਹਰਗੋਬਿੰਦ ਕੀ ਦੇਸ਼ ਹੋਵੈ ਦਿਜੁ। ਉਸ ਵੇਲੇ ਜਿਹੜਾ ਬ੍ਰਾਹਮਣ ਸੀ ਖਡਾਵਾ, ਧੰਨ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਤਰਫ ਹੋਇਆ ਹੈ। ਬੇਨਤੀ ਵਾਕ ਕਹੇ ਸਮੁਦਾਈ। ਤੇ ਸ਼੍ਰੀ ਹਰਗੋਬਿੰਦ ਸਾਹਿਬ ਬਾਲ ਸਤਿਗੁਰਾਂ ਦੇ ਅੱਗੇ ਦੋਵੇਂ ਹੱਥ ਜੋੜ ਲਏ ਤੇ ਬੇਨਤੀ ਕਰਨ ਲੱਗਾ। ਸੇਵਕ ਮੈਂ ਸਭ ਸੇਵ ਕਰੋ ਤੁਮ। ਕਹਿਣ ਲੱਗਾ ਕਿ ਮੈਂ ਤੁਹਾਡਾ ਸੇਵਕ ਹਾਂ, ਹਰ ਤਰ੍ਹਾਂ ਦੀ ਸੇਵਾ ਮੈਂ ਤੁਹਾਡੀ ਕਰਦਾ ਹਾਂ। ਦੇਵਨ ਦੇਵ ਸਭੈ ਜਗ ਰਾਈ। ਆਪ ਜੀ ਦੇਵਤਿਆਂ ਦੇ ਵੀ ਦੇਵਤੇ ਹੋ ਤੇ ਜਗਤ ਦੇ ਰਾਜਾ ਸਰੂਪ ਹੋ, ਜਗਤ ਦੇ ਰਾਜੇ ਹੋ। ਮੈਂ ਮਤਹੀਨ ਕਰੋ ਅਪਰਾਧ ਸ਼ਮੋ। ਮੈਂ ਮਤਹੀਣਾ ਸੀ, ਬਹੁਤ ਵੱਡਾ ਅਪਰਾਧ ਕੀਤਾ ਹੈ। ਸ਼ਮੋ ਪ੍ਰਭੂ ਆਪ ਪਰਿਓ ਸਰਨਾਈ। ਐ ਪ੍ਰਭੂ ਜੀ ਕਿਰਪਾ ਕਰੋ, ਹੁਣ ਮੇਰੀ ਭੁੱਲ, ਮੇਰੀ ਖਤਾ ਬਖਸ਼ ਦਿਓ, ਮੈਂ ਤੁਹਾਡੀ ਸ਼ਰਨ ਵਿੱਚ ਪਿਆ ਹਾਂ। ਜੋ ਕਹਿ ਕੇ ਪਗ ਪੰਕਜ ਉਪਰ। ਇਸ ਤਰ੍ਹਾਂ ਇਹਨੇ ਗੱਲ ਕੀਤੀ, ਬੇਨਤੀ ਕੀਤੀ ਤੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਸੀਸ ਧਰਿਓ ਪਰ ਕੈ ਅਗਵਾਈ। ਆਪਣਾ ਜਿਹੜਾ ਸਿਰ ਸੀ ਅੱਗੇ ਹੋ ਕੇ ਨਾ, ਮਾਤਾ ਜੀ ਦੀ ਗੋਦ ਵਿੱਚ ਸਤਿਗੁਰੂ ਬਿਰਾਜਮਾਨ ਨੇ ਤੇ ਅੱਗੇ ਹੋਇਆ ਦੋਵੇਂ ਹੱਥ ਜੋੜ ਕੇ ਕਹਿੰਦਾ ਹੈ ਕਿ ਮੈਂ ਬਹੁਤ ਵੱਡੀ ਭੁੱਲ ਕੀਤੀ, ਬੜੀ ਵੱਡੀ ਖਤਾ ਕੀਤੀ ਹੈ। ਐ ਦੇਵਨ ਦੇਵ, ਦੇਵਤਿਆਂ ਦੇ ਦੇਵਤੇ ਪ੍ਰਭੂ ਸਰੂਪ ਜੀ, ਕਿਰਪਾ ਕਰੋ, ਮੇਰੀ ਖਤਾ, ਮੇਰੀ ਭੁੱਲ ਬਖਸ਼ ਦਿਓ। ਇਉਂ ਬੇਨਤੀ ਕਰਕੇ ਫਿਰ ਚਰਨਾਂ ਦੇ ਉੱਤੇ ਆਪਣਾ ਸਿਰ ਰੱਖਿਆ। ਸੰਮਤ ਸ੍ਰੀ ਪਦ ਕੋ ਚਿਤ ਜਾਣ। ਤੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪਿਤਾ ਦੇ ਮਨ ਦੀ ਮਰਜ਼ੀ ਨੂੰ ਜਾਣ ਕੇ ਦਇਆ ਨਿਤਬਾਨ ਤਬੈ ਹੋਏ ਆਈ। ਤੇ ਦਇਆ ਦੇ ਖਜ਼ਾਨੇ ਸਤਿਗੁਰੂ ਜੀ ਤਬੈ ਹੋਏ ਆਈ। ਸੋ ਉਸ ਵੇਲੇ ਸ਼੍ਰੀ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਦਾ ਸੁਭਾਅ ਹੀ ਦਿਆਲੂ ਹੈ, ਤੇ ਪਿਤਾ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮਰਜ਼ੀ ਜਾਣ ਕੇ ਕੀਨ ਮਹਾ ਅਪਰਾਧ ਜਿਨੈ। ਜਿਸ ਪਾਪੀ ਨੇ, ਅਧਰਮੀ ਨੇ, ਇਹ ਖਡਾਵੇ ਨੇ ਬਹੁਤ ਵੱਡਾ ਅਪਰਾਧ ਕੀਤਾ ਸੀ। ਬਖਸ਼ਿਓ ਬਿਨਤੀ ਸੁਣ ਕੈ ਸਹਾਈ। ਇਹਦੀ ਬੇਨਤੀ ਸੁਣ ਕੇ ਉਸ ਵੇਲੇ ਸਤਿਗੁਰੂ ਜੀ ਨੇ ਇਹਦਾ ਅਪਰਾਧ ਜਿਹੜਾ ਬਖਸ਼ ਦਿੱਤਾ ਹੈ। ਕਿਉਂਕਿ ਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹਨ। ਇਉਂ ਕੋਈ ਆਮ ਮਨੁੱਖ ਹੋਵੇ ਤੇ ਉਹ ਕਿਸੇ ਦੀ ਕੀਤੀ ਖਤਾ, ਭੁੱਲ, ਗਲਤੀ ਬਖਸ਼ਦਾ ਨਹੀਂ, ਪਰ ਅਕਾਲ ਪੁਰਖ ਦੇ ਸਾਰੇ ਆਪਣੇ ਹਨ। ਜਿਹੜਾ ਇਹ ਤਾਂ ਬਸ ਇਹਨਾਂ ਅਹੰਕਾਰੀਆਂ ਦਾ ਮਾਨ ਦੂਰ ਕਰਨ ਵਾਸਤੇ ਮਨੁੱਖਾ ਜਾਮਾ ਧਾਰਿਆ ਹੈ, ਨਹੀਂ ਤਾਂ ਤਾਂ ਸਾਰੀ ਪ੍ਰਮਾਤਮਾ ਦੀ ਹੈ ਨਾ। ਜਿਨ੍ਹਾਂ ਜਿਨ੍ਹਾਂ ਦਾ ਮਾਨ ਦੂਰ ਹੋਇਆ, ਨਿਮਾਣੇ ਹੋ ਕੇ ਸ਼ਰਨ ਵਿੱਚ ਆਏ, ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਉਹ ਬਿਰਧ ਸੁਆਮੀ ਸੰਦਾ। ਪਰ ਜਿਹੜਾ ਹੰਕਾਰੀ ਬਣ ਕੇ ਅਕਾਲ ਪੁਰਖ ਪਰਮੇਸ਼ਰ ਦੀਆਂ ਬਖਸ਼ਿਸ਼ਾਂ ਲੈ ਕੇ ਭੁੱਲ ਜਾਂਦਾ ਹੈ ਤੇ ਫਿਰ ਉਹਦੀਆਂ ਦਾਤਾਂ ਲੈ ਕੇ ਮਾਣ ਕਰਦਾ ਹੈ ਕਿ ਮੈਂ ਬਹੁਤ ਵੱਡਾ ਰਾਜਾ, ਮੇਰੇ ਕੋਲ ਬਹੁਤ ਵੱਡਾ ਜਿਹੜਾ ਹੈ ਉਹ ਮੇਰਾ ਪ੍ਰਤਾਪ ਹੈ, ਤੇਜ, ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ। ਫਿਰ ਵੱਡੇ ਵੱਡਿਆਂ ਦਾ ਮਾਣ ਤੋੜਨ ਵਾਲਾ ਉਹ ਅਕਾਲ ਪੁਰਖ ਪਰਮੇਸ਼ਰ ਆਪ ਹੈ। ਕੋਈ ਨਾ ਕੋਈ ਕਾਰਨ ਬਣਾ ਦਿੰਦੇ ਨੇ ਤੇ ਵੱਡੇ ਵੱਡੇ ਮਾਨੀਆਂ ਦਾ ਮਾਣ ਦੂਰ ਕਰਨ ਵਾਸਤੇ ਤਾਂ ਆਪ ਵੀ ਸਰੂਪ ਧਾਰਨ ਕਰਕੇ ਆਉਂਦੇ ਰਹੇ। ਹਰਨਾਕਸ਼ ਤਾਂ ਕਹਿੰਦਾ ਸੀ ਕਿ ਮੈਂ ਹੀ ਰੱਬ ਹਾਂ, ਰੱਬ ਦੀਆਂ ਤਾਕਤਾਂ ਪਾ ਕੇ ਮਾਣ ਕਰ ਬੈਠਾ।
ਉਹਦਾ ਮਾਨ ਤੋੜਨ ਵਾਸਤੇ ਆਪ ਫਿਰ ਨਰਸਿੰਘ ਰੂਪ ਧਾਰਨ ਕੀਤਾ। ਨੌਹਾਂ ਦੇ ਨਾਲ ਵੱਧ ਕਰਕੇ ਉਸ ਦੀ ਵੀ ਅਕਲ ਟਿਕਾਣੇ ਲਿਆਂਦੀ। ਫਿਰ ਪ੍ਰਹਿਲਾਦ ਜੀ ਨੇ ਬੇਨਤੀਆਂ ਕੀਤੀਆਂ ਕਿ ਤੁਸੀਂ ਤਾਂ ਕਿਰਪਾਲੂ ਹੋ, ਕਿਰਪਾ ਕਰੋ, ਫਿਰ ਵੀ ਇਹ ਮੇਰਾ ਪਿਤਾ ਸੀ, ਇਹਨੂੰ ਬਖਸ਼ ਦਿਆ ਜੀ। ਪਰ ਪਰਮਾਤਮਾ ਦਾ ਸੁਭਾਅ ਹੀ ਐਸਾ ਹੈ ਕਿ ਬਖਸ਼ਣਹਾਰ ਹਨ। ਬਸ ਜਿਹੜਾ ਹੰਕਾਰ ਕਰਕੇ ਕਹਿੰਦਾ ਮੈਂ ਸਭ ਕੁਝ ਹਾਂ, ਉਹਦਾ ਮਾਨ ਦੂਰ ਕਰਨ ਵਾਸਤੇ ਇਸ ਤਰ੍ਹਾਂ ਦੇ ਕੌਤਕ ਰਚਾਉਂਦੇ ਨੇ। ਤੇ ਜਦੋਂ ਮਾਨ ਟੁੱਟ ਜਾਂਦਾ ਹੈ, ਨਿਮਾਣਾ ਬਣ ਕੇ ਸ਼ਰਨ ਵਿੱਚ ਆਉਂਦਾ, ਫਿਰ ਬਖਸ਼ ਵੀ ਦਿੰਦੇ ਨੇ। ਜਦੋਂ ਇਹ ਜਿਹੜਾ ਦੁਸ਼ਟ ਖਡਾਵਾ ਸੀ, ਇਹਨੇ ਨਿਮਾਣੇ ਬਣ ਕੇ ਬੇਨਤੀ ਕੀਤੀ, ਫਿਰ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪਿਤਾ ਦੇ ਮਨ ਦੀ ਮਰਜ਼ੀ ਨੂੰ ਜਾਣ ਕੇ ਇਹਨੂੰ ਬਖਸ਼ ਦਿੱਤਾ ਹੈ। ਨਾਥ ਨੇ ਹਾਥ ਪਸਾਰ ਤਬੈ ਤਿਹ, ਸਤਿਗੁਰੂ ਜੀ ਨੇ ਆਪਣੇ ਕੋਮਲ ਜਿਹੜੇ ਹਸਤ ਕਮਲ ਸਨ ਅੱਗੇ ਕੀਤੇ ਹਨ। ਵਾਤ ਧਰਿਓ ਦੁਤ ਸਾਥ ਸੁਹਾਈ, ਤੇ ਬੜੀ ਛੇਤੀ ਸਤਿਗੁਰੂ ਜੀ ਨੇ ਆਪਣੇ ਕੋਮਲ ਹੱਥ, ਕਿਉਂਕਿ ਬਾਲ ਅਵਸਥਾ ਵਿੱਚ ਨੇ ਨਾ, ਤੇ ਮਹਾਰਾਜ ਜੀ ਨੇ ਆਪਣੇ ਹੱਥ ਜਿਹੜੇ ਸੀ ਉਹ ਅੱਗੇ ਕਰਕੇ ਇਸ ਦੇ ਸਿਰ ਦੇ ਉੱਤੇ ਰੱਖੇ। ਕਿੰਨਾ ਕਿਰਪਾਲੂ ਬਿਰਧ ਹੈ ਸਤਿਗੁਰਾਂ ਦਾ। ਐਸਾ ਬਿਰਧ, ਐਸਾ ਸੁਭਾਅ ਜਿਹੜਾ ਹੈ ਉਹ ਨਾ ਤੇ ਮਨੁੱਖਾਂ ਦਾ ਹੈ ਤੇ ਨਾ ਕੋਈ ਬਹੁਤ ਵੱਡਾ ਕਿਸੇ ਗੱਦੀ ਤੇ ਬੈਠਾ ਹੋਵੇ ਤੇ ਨਾ ਉਸ ਦਾ ਹੁੰਦਾ ਹੈ। ਇਹ ਤਾਂ ਰੱਬ ਦੇ ਪਿਆਰਿਆਂ ਦਾ ਐਸਾ ਬਿਰਧ ਹੁੰਦਾ ਹੈ। ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਉਆ ਕੋ ਲੈ ਸਵਾਰਿਓ, ਤਿਲ ਨਾ ਦੀਨੋ ਦੋਸ਼। ਦੋਸ਼ ਦੇਣਾ ਕਿਹਨੂੰ ਹੈ? ਸਾਰੇ ਤਾਂ ਪਰਮਾਤਮਾ ਦੇ, ਰੱਬ ਦੇ ਆਪਣੇ ਹਨ। ਇਸ ਲਈ ਹਸਤ ਕਮਲ ਅੱਗੇ ਕੀਤੇ ਨੇ, ਸ਼ਰਨ ਪਏ ਹੋਏ ਦੇ ਸਿਰ ਤੇ ਰੱਖ ਦਿੱਤੇ ਹਨ। ਏਕ ਗਰੀਬ ਨਿਵਾਜ ਗੁਰੂ ਬਿਨਾ, ਇੱਕ ਗੁਰੂ ਗਰੀਬ ਨਿਵਾਜ ਤੋਂ ਸਿਵਾ, ਆਣ ਕੇ ਵਿੱਚ ਕਹਾਂ ਵਡਿਆਈ। ਕਵੀ ਜੀ ਕਹਿੰਦੇ ਨੇ ਸੰਗਤ ਜੀ ਐਸੀ ਵਡਿਆਈ ਹੋਰ ਕਿਸੇ ਵਿੱਚ ਨਹੀਂ ਹੈ। ਕਿਉਂਕਿ ਬੰਦਾ ਬਸ ਬਦਲੇ ਦੀ ਭਾਵਨਾ ਹੀ ਰੱਖਦਾ ਹੈ। ਜਿਉਂ ਬਚਪਨ ਤੋਂ ਇਹਨੂੰ ਸੋਝੀ ਆਉਂਦੀ ਹੈ ਤੇ ਬੁਢਾਪੇ ਤੱਕ ਬਸ ਇਹੋ ਹੀ ਮਨ ਵਿੱਚ ਬਦਲੇ ਦੀ ਭਾਵਨਾ ਬਣੀ ਰਹਿੰਦੀ। ਬਚਪਨ ਵਿੱਚ ਕਈ ਵਾਰੀ ਆਪਣਿਆਂ ਦੇ ਨਾਲ, ਫਿਰ ਵੱਡਾ ਹੋ ਕੇ ਕਈ ਵਾਰੀ ਸ਼ਰੀਕਿਆਂ ਦੇ ਵਿੱਚ ਹੀ ਕਹਿੰਦਾ ਹੈ ਕਿ ਮੈਂ ਇਹਦੇ ਤੋਂ ਆਹ ਬਦਲਾ ਲੈਣਾ। ਕਈ ਤਾਂ ਪੈਸਿਆਂ ਦੀ ਵੰਡ ਕਰੀ ਜਾਣਗੇ, ਕਈ ਛੋਟੀਆਂ ਛੋਟੀਆਂ ਗੱਲਾਂ ਚਿੱਤ ਵਿੱਚ ਰੱਖ ਕੇ ਬੈਠੇ ਨੇ, ਆਇਓ ਸੁਣਨ ਪੜ੍ਹਨ ਕੋ ਬਾਣੀ। ਪਰ ਸਾਰਾ ਕੁਝ ਭੁਲਾ ਦਿੱਤਾ। ਜਿਹੜਾ ਕੰਮ ਕਰਨ ਆਏ ਸੀ ਉਹ ਕੰਮ ਕਰਨ ਦਾ ਸਮਾਂ ਹੈ ਨਹੀਂ, ਗੁਰੂ ਘਰ ਆਉਣ ਦਾ ਸਮਾਂ ਨਹੀਂ, ਸ਼ਰਨ ਵਿੱਚ ਬੈਠਣ ਦਾ ਸਮਾਂ ਨਹੀਂ, ਸੇਵਾ ਕਰਨ ਦਾ ਸਮਾਂ ਨਹੀਂ। ਪਰ ਵੈਰ ਵਿਰੋਧ ਮਨ ਵਿੱਚ ਚੇਤੇ ਰੱਖ ਕੇ ਇੱਕ ਦੂਜੇ ਦਾ ਨੁਕਸਾਨ ਕਰਨ ਦੇ ਵਿੱਚ ਪੂਰਾ ਸਮਾਂ ਕੱਢ ਲਈਦਾ ਹੈ। ਤੇ ਫਿਰ ਕਹਿਣਾ ਜੀ ਤੁਹਾਨੂੰ ਕੀ ਪਤਾ, ਇਹ ਤਾਂ ਬਸ ਸਾਨੂੰ ਪਤਾ ਹੈ ਕਿ ਦੁਨੀਆਦਾਰੀ ਵਿੱਚ ਕਿਸ ਤਰ੍ਹਾਂ ਸਮਾਂ ਬਤੀਤ ਕਰੀਦਾ, ਕਿ ਦੁਨੀਆਦਾਰੀ ਹੁੰਦੀ ਕੀ। ਪਰ ਇਸੇ ਕਰਕੇ ਭਗਤਾਂ ਤਹਿਤ ਸੰਸਾਰੀਆਂ ਜੋੜ ਕਦੇ ਨਾ ਆਏ, ਨਹੀਂ ਆਉਂਦਾ ਜੋੜ। ਕਿਉਂਕਿ ਰੱਬ ਦੇ ਪਿਆਰੇ ਤਾਂ ਕਹਿੰਦੇ ਨੇ ਭਾਈ ਪ੍ਰਾਪਤ ਮਾਨੁਖ ਦੇ ਹਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ। ਇੱਕ ਇੱਕ ਸਵਾਸ ਬੜਾ ਕੀਮਤੀ ਹੈ, ਇਹਨੂੰ ਬਿਰਥਾ ਨਾ ਗਵਾਓ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜਿਹੜਾ ਸਾਹ ਅੰਦਰ ਗਿਆ ਪਤਾ ਨਹੀਂ ਬਾਹਰ ਆਉਣਾ ਵੀ ਹੈ ਕਿ ਨਹੀਂ। ਫਿਰ ਵੈਰ ਵਿਰੋਧ ਕਰਨਾ ਕਿਹਦੇ ਨਾਲ। ਇਸ ਲਈ ਜਿਹੜਾ ਕੰਮ ਕਰਨ ਆਏ ਸੀ ਉਹ ਕੰਮ ਕਰਨ ਵੱਲ ਧਿਆਨ ਦਈਦਾ ਹੈ। ਤੇ ਇੱਧਰ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਇਹਨੂੰ ਬਖਸ਼ ਦਿੱਤਾ ਹੈ। ਕਵੀ ਰਾਜ ਜੀ ਕਹਿੰਦੇ ਨੇ ਸੰਗਤ ਜੀ, ਇੱਕ ਗਰੀਬ ਨਵਾਜ ਗੁਰੂ ਬਿਨ ਆਨ ਕੇ ਵਿੱਚ ਕਹਾਂ ਵਡਿਆਈ। ਇੱਕ ਗੁਰੂ ਗਰੀਬ ਨਵਾਜ ਤੋਂ ਸਿਵਾ ਐਸੀ ਵਡਿਆਈ ਹੋਰ ਕਿਸੇ ਵਿੱਚ ਨਹੀਂ ਹੈ। ਐਸੋ ਵੱਡੋ ਅਪਰਾਧ ਕਰਿਓ ਜਿਨਾ, ਇਹ ਇੰਨਾ ਵੱਡਾ ਅਪਰਾਧ ਜਿਸ ਨੇ ਕੀਤਾ। ਪ੍ਰਾਣ ਕੇ ਹਾਨ ਕੋ ਲੀਨ ਕੀਨ ਉਪਾਈ, ਪ੍ਰਾਣ ਹਨਨ ਦਾ ਉਪਾਅ ਕੀਤਾ। ਇੱਕ ਤਾਂ ਹੁੰਦਾ ਹੈ ਨਾ ਕਿ ਛੋਟੇ ਮੋਟਾ ਕੋਈ ਅਪਰਾਧ ਕਰ ਗਿਆ, ਕਿਸੇ ਦਾ ਮਾੜਾ ਮੋਟਾ ਨੁਕਸਾਨ ਕਰਨ ਵਾਲਾ ਸੀ। ਇੱਧਰ ਤਾਂ ਸ਼੍ਰੀ ਹਰਗੋਬਿੰਦ ਸਾਹਿਬ ਦੇ ਪ੍ਰਾਣ ਹੀ ਲੈਣ ਵਾਸਤੇ ਆਇਆ ਸੀ। ਪਾਤਕ ਬਾਲਕ ਘਾਤਕ ਕੋ ਪੁਨਾ, ਪਾਤਕ ਬਾਲਕ ਘਾਤ ਕੋ, ਬਾਲ ਸਤਿਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਮਾਰਨਾ ਚਾਹੁੰਦਾ ਸੀ। ਤੇ ਲੋਣ ਗੁਰੂ ਪੁੰਨ ਅੰਨ ਤੇ ਲੋਣ ਗੁਰੂ ਕਰ ਖਾਈ। ਹੈ ਕੌਣ? ਮਾਰਨ ਕੌਣ ਆਇਆ? ਜਿਹੜਾ ਅੰਨ ਤੇ ਲੂਣ ਗੁਰੂ ਘਰੋਂ ਹੀ ਖਾਂਦਾ ਸੀ। ਗੁਰੂ ਘਰ ਦਾ ਅੰਨ ਖਾ ਕੇ, ਲੂਣ ਖਾ ਕੇ ਮਾਰਨ ਵਾਸਤੇ ਵੀ ਉਹਨਾਂ ਨੂੰ ਆਇਆ ਜਿਨ੍ਹਾਂ ਘਰੋਂ ਖਾ ਰਿਹਾ। ਇਹ ਅੱਜ ਵੀ ਸਮਾਜ ਵਿੱਚ ਬਹੁਤ ਜ਼ਿਆਦਾ ਬਿਰਤੀ ਕਈਆਂ ਦੀ ਦਿਖ ਜਾਂਦੀ ਹੈ ਕਿ ਗੁਰੂ ਘਰ ਦਾ ਖਾ ਕੇ ਗੁਰੂ ਘਰ ਦਾ ਹੀ ਮਾੜਾ ਚਿਤਵਣਗੇ, ਮਾੜਾ ਸੋਚਣਗੇ, ਗੁਰੂ ਦੇ ਪਿਆਰਿਆਂ ਦੇ ਉੱਤੇ ਹੀ ਸੋ ਇਸ ਤਰ੍ਹਾਂ ਆਪਣਾ ਜ਼ੋਰ ਚਲਾਉਣਗੇ, ਹੋਰ ਕਿਸੇ ਤੇ ਚੱਲਣਾ ਨਹੀਂ। ਪਰ ਇਹਨਾਂ ਦਾ ਸੁਭਾਅ ਹੀ ਐਸਾ ਹੈ ਕਿ ਜਿੱਥੇ ਲੋੜ ਪੈਣੀ ਉੱਥੇ ਆਪਣਾ ਆਪ ਤੱਕ ਨਿਸ਼ਾਵਰ ਕਰ ਦੇਣਾ, ਕੁਰਬਾਨ ਕਰ ਦੇਣਾ। ਪਰ ਸਾਰੀਆਂ ਕੁਰਬਾਨੀਆਂ ਨੂੰ ਭੁਲਾ ਕੇ ਉਹਨਾਂ ਨੂੰ ਹੀ ਦਬਾਉਣ ਦਾ ਯਤਨ ਕਰਨਾ ਜਿਨ੍ਹਾਂ ਕੋਲੋਂ ਲੂਣ ਲੈ ਕੇ ਖਾਂਦੇ। ਸੋ ਇਸ ਤਰ੍ਹਾਂ ਦਾ ਇਹਨਾਂ ਦਾ ਆਪਣਾ ਸੁਭਾਅ ਹੈ, ਰੱਬ ਦੇ ਪਿਆਰਿਆਂ ਦਾ ਆਪਣਾ ਹੈ। ਕਿਉਂਕਿ ਅਕਾਲ ਪੁਰਖ ਦਾ ਬਿਰਧ ਐਸਾ, ਜਾਨ ਕੋ ਦੇਤ ਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾ ਕੋ ਦਹਿ।
ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਉਹ ਸਾਡੇ ਔਗਣ ਦੇਖਦੇ ਨੇ ਪਰ ਦੇਂਦਿਆਂ ਫਿਰ ਵੀ ਥੱਕਦੇ ਨੇ। ਇਸ ਤਰ੍ਹਾਂ ਗੁਰੂ ਕੇ ਸਿੱਖਾਂ ਦਾ ਸੁਭਾਅ ਵੀ ਹੈ। ਇਹ ਕਿੰਨੇ ਕਿੰਨੇ ਯਤਨ ਇਹਨਾਂ ਨੇ ਕੀਤੇ ਨੇ ਪਰ ਫਿਰ ਵੀ ਆਪਣਾ ਸੁਭਾਅ ਨਹੀਂ ਛੱਡਦੇ, ਕਿਉਂਕਿ ਇਹ ਸਾਰੇ ਗੁਣ ਇਹਨਾਂ ਨੂੰ ਮਿਲਦੇ ਹੀ ਗੁਰੂ ਦੀ ਸਿੱਖਿਆ ਵਿੱਚੋਂ ਨੇ। ਇਹ ਫਿਰ ਇਹ ਗੁਣਾਂ ਦੇ ਧਾਰਨੀ ਹੋ ਜਾਂਦੇ ਨੇ। ਆਪਣੇ ਧਰਮ ਲਈ ਜਿਉਣਾ ਕਿਸ ਤਰ੍ਹਾਂ, ਇਹ ਸਿੱਖਿਆ ਸਾਨੂੰ ਗੁਰੂ ਕੀ ਬਾਣੀ ਵਿੱਚੋਂ, ਗੁਰੂ ਕੇ ਇਤਿਹਾਸ ਵਿੱਚੋਂ ਮਿਲਦੀ ਹੈ। ਇਸੇ ਕਰਕੇ ਤਾਂ ਇਹ ਬੁੱਧੀਜੀਵ ਬਹੁਤ ਰੌਲਾ ਪਾਉਂਦੇ ਨੇ ਜੀ, ਬੰਦ ਕਰ ਦਿਓ ਇਹ ਕਥਾ, ਬੰਦ ਕਰ ਦਿਓ ਗੁਰ ਇਤਿਹਾਸ ਦੀ ਕਥਾ, ਬਾਣੀ ਦੀ ਕਥਾ। ਨਵਾਂ ਜ਼ਮਾਨਾ ਹੈ ਅਤੇ ਨਵੇਂ ਜ਼ਮਾਨੇ ਵਾਂਗੂ ਤੁਸੀਂ ਜ਼ਿੰਦਗੀ ਜਿਉਣਾ ਸਿੱਖੋ। ਪਰ ਇਹ ਗੱਲਾਂ ਨਵੇਂ ਜ਼ਮਾਨੇ ਵਿੱਚੋਂ ਕਿੱਥੋਂ ਮਿਲ ਸਕਦੀਆਂ? ਨਵੇਂ ਜ਼ਮਾਨੇ ਵਿੱਚ ਤਾਂ ਬੰਦਾ ਬੰਦੇ ਨੂੰ ਵੇਖ ਕੇ ਨਹੀਂ ਸਿਖਾ ਰਿਹਾ। ਸੋ ਇਸ ਲਈ ਇਹ ਸਾਰੀਆਂ ਸਿੱਖਿਆਵਾਂ, ਸਾਰੇ ਗੁਣ ਸਾਨੂੰ ਗੁਰੂ ਕੀ ਬਾਣੀ ਵਿੱਚੋਂ ਮਿਲਦੇ ਨੇ। ਇਸ ਲਈ ਗੁਰੂ ਕੇ ਸਿੱਖ ਦਾ ਜੀਵਨ ਗੁਰੂ ਕੀ ਬਾਣੀ, ਗੁਰੂ ਕੀ ਕਥਾ ਵਿੱਚੋਂ ਸਾਨੂੰ ਪ੍ਰਾਪਤ ਹੁੰਦਾ ਹੈ। ਇੱਧਰ ਕਵੀ ਜੀ ਕਹਿੰਦੇ ਨੇ, ਪਾਤਕ ਬਾਲਕ ਘਾਤ ਕੋ ਪੁੰਨ, ਅੰਨ ਤੇ ਲੂਣ ਗੁਰੂ ਘਰ ਖਾਈ। ਜਿਸ ਘਰੋਂ ਇਹ ਲੂਣ ਅੰਨ ਖਾਂਦਾ ਸੀ, ਉਸੇ ਗੁਰੂ ਘਰ ਦੇ ਵਿੱਚ ਸਪੁੱਤਰ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਖਤਮ ਕਰਨ ਦਾ ਯਤਨ ਕਰਨ ਆਇਆ ਹੈ। ਸੋ ਤਤਕਾਲ ਬਿਨੈ ਸੁਣ ਕੇ, ਪਰ ਫਿਰ ਉਸ ਦੀ ਤਤਕਾਲ ਬੇਨਤੀ ਸੁਣ ਕੇ ਕਰ ਦੀਨੋ ਨਿਹਾਲ ਬਿਖੈ ਸਮੁਦਾਈ। ਸਾਰਿਆਂ ਦੇ ਦੇਖਦਿਆਂ ਦੇਖਦਿਆਂ ਗੁਰਦੇਵ ਨੇ ਨਿਹਾਲ ਕਰ ਦਿੱਤਾ। ਜਦੋਂ ਸ਼ਰਨ ਪਿਆ ਨਾ, ਬੜਾ ਵੱਡਾ ਕਲੇਸ਼ ਖੜਾ ਹੋ ਗਿਆ ਇਹਦੇ ਵਾਸਤੇ ਤਾਂ, ਕਿ ਮੈਂ ਹੁਣ ਜਾ ਕੇ ਕਿੱਥੇ ਜ਼ਿੰਦਗੀ ਜਿਉਵਾਂ, ਕਿੱਥੇ ਸਮਾਂ ਬਤੀਤ ਕਰਾਂ। ਪਰ ਤਤਕਾਲ ਜਦੋਂ ਸ਼ਰਨ ਪਿਆ ਫਿਰ ਇਸ ਨੂੰ ਨਿਹਾਲ ਕਰ ਦਿੱਤਾ। ਏਕ ਗਰੀਬ ਨਿਵਾਜ ਗੁਰੂ ਬਿਨਾ, ਇੱਕ ਗੁਰੂ ਗਰੀਬ ਨਿਵਾਜ ਤੋਂ ਸਿਵਾ ਆਣ ਕੇ ਵਿੱਚ ਕਹਾਂ ਵਡਿਆਈ। ਹੋਰ ਕਿਸੇ ਵਿੱਚ ਵਡਿਆਈ ਨਹੀਂ ਹੈ ਜੀ। ਨਹੀਂ ਕੋਈ ਗੁਣਾਂ ਦਾ ਧਾਰਨੀ ਹੋ ਸਕਦਾ, ਕਿਉਂਕਿ ਲੋਕਾਂ ਦੇ ਮਨਾਂ ਵਿੱਚ ਈਰਖਾ ਦੀ ਅੱਗ ਲੱਗੀ ਸੀ। ਬੁਝਾਉਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਆਏ। ਮਹਾਰਾਜ ਜੀ ਨੇ ਸਤਿਨਾਮ ਦਾ ਬੀਜ ਬੀਜਿਆ, ਜਿਨ੍ਹਾਂ ਦੇ ਹਿਰਦਿਆਂ ਵਿੱਚ ਬੀਜ ਦਿੱਤਾ, ਉਹਨਾਂ ਅੰਦਰੋਂ ਵੀ ਇਹ ਅੱਗ ਬੁਝ ਗਈ ਤ੍ਰਿਸ਼ਨਾ ਦੀ, ਈਰਖਾ ਦੀ। ਪਰ ਇੱਕ ਗੁਰੂ ਗਰੀਬ ਨਵਾਜ ਬਿਨ ਆਨ ਕੇ ਬੀਚ ਕਹਾਂ ਵਡਿਆਈ। ਇੱਕ ਗੁਰੂ ਗਰੀਬ ਨਵਾਜ ਤੋਂ ਸਿਵਾ ਹੋਰ ਕਿਸੇ ਵਿੱਚ ਗੁਣ ਨਹੀਂ ਹੋ ਸਕਦੇ। ਦੋਹਰਾ ਇਸ ਪ੍ਰਕਾਰ ਬਖਸ਼ਿਓ ਸੋ ਦੇਜੋ। ਇਸ ਤਰ੍ਹਾਂ ਸਤਿਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਇਸ ਬ੍ਰਾਹਮਣ ਨੂੰ ਬਖਸ਼ ਦਿੱਤਾ। ਗੁਰੂ ਗਰੀਬ ਨਿਵਾਜ, ਗੁਰੂ ਗਰੀਬ ਨਿਵਾਜ ਸਤਿਗੁਰੂ ਜੀ ਨੇ ਮਾਤ ਪਿਤਾ ਦੇਖਤ ਆਨੰਦ। ਮਾਤਾ ਪਿਤਾ ਦੇਖ ਕੇ ਬੜੇ ਆਨੰਦਿਤ ਹੋਏ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਮਾਤਾ ਗੰਗਾ ਜੀ ਦੇਖ ਕੇ ਬੜੇ ਪ੍ਰਸੰਨ ਹੋਏ ਹਰ ਹਨ। ਸਿੱਖ ਦਾਸ ਸਮਾਜ, ਅਤੇ ਸਿੱਖ ਸੇਵਕ ਸਾਰੇ ਜਿਹੜਾ ਸਮਾਜ ਬੈਠਾ ਸੀ ਕੋਲ, ਸਾਰੇ ਹੀ ਬੜੇ ਪ੍ਰਸੰਨ ਹੋਏ ਨੇ। ਮਹਿਮਾ ਮਹਾ ਪ੍ਰਮਾਣਤੀ, ਮਹਾਨ ਮਹਿਮਾ ਜਾਣੀ ਹੈ। ਮਹਾਪੁਰਖ ਸੁਖ ਕੰਦ, ਮਹਾਪੁਰਖਾਂ ਦੀ ਸੁੱਖਾਂ ਦੇ ਬੱਦਲ ਦੀ। ਮਹਾਪੁਰਖਾਂ ਦੀ ਤੇ ਮਹਾਨ ਹੀ ਮਹਿਮਾ ਹੁੰਦੀ ਹੈ ਨਾ। ਇਹ ਮਹਾਪੁਰਖਾਂ ਦੀ ਮਹਿਮਾ ਹੀ ਹੈ ਕਿ ਇਹ ਇਸ ਤਰ੍ਹਾਂ ਦਾ ਇਹਨਾਂ ਦਾ ਸੁਭਾਅ ਹੈ। ਇਹਨੂੰ ਹੀ ਤਾਂ ਸੰਤ ਕਹਿੰਦੇ ਹਨ ਕਿ ਜਿਹੜਾ ਮਨ ਦੇ ਵਿੱਚ ਵੈਰ ਵਿਰੋਧ ਨਹੀਂ ਰੱਖਦਾ। ਫਿਰ ਕੋਈ ਕਵੇ ਜੀ ਦੋ ਤਲਵਾਰਾਂ ਪਾਉਣ ਦਾ ਕਾਰਨ, ਉਹ ਕਾਰਨ ਇਹੋ ਹੀ ਹੈ ਕਿ ਹੰਕਾਰੀਆਂ ਨੂੰ ਮਾਣ ਹੀ ਬੜਾ ਸੀ, ਗਰੀਬਾਂ ਦੇ ਉੱਤੇ ਜ਼ੁਲਮ ਕਰਦੇ ਸੀ, ਅਤਿਆਚਾਰ ਕਰਦੇ ਸੀ। ਉਹਨਾਂ ਨੂੰ ਮੱਤ ਦੇਣ ਵਾਸਤੇ ਫਿਰ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਭਾਸ਼ਾ ਵਿੱਚ ਉਹਨਾਂ ਨੂੰ ਸਮਝਾਉਣ ਦੇ ਲਈ ਤਲਵਾਰ ਨੂੰ ਧਾਰਨ ਕੀਤਾ ਹੈ। ਪਰ ਇਹ ਗਰੀਬ ਨਿਵਾਜ ਸਤਿਗੁਰਾਂ ਦਾ ਬਿਰਧ ਹੈ। ਇਹ ਮਹਾਂਪੁਰਖਾਂ ਦੀ ਵਡਿਆਈ ਹੁੰਦੀ ਹੈ ਕਿ ਉਹ ਮਨ ਵਿੱਚ ਵੈਰ ਵਿਰੋਧ ਨਹੀਂ ਰੱਖਦੇ, ਕਿਸੇ ਤਰ੍ਹਾਂ ਦੀ ਈਰਖਾ ਨਹੀਂ ਰੱਖਦੇ। ਗੁਰ ਘਰ ਮਹਿ ਅਵਤਾਰ ਲੀਏ, ਜਿਨ੍ਹਾਂ ਨੇ ਗੁਰੂ ਘਰ ਵਿੱਚ ਅਵਤਾਰ ਲਿਆ ਹੈ। ਸ੍ਰੀ ਹਰਗੋਬਿੰਦ ਚੰਦ, ਸ੍ਰੀ ਹਰਗੋਬਿੰਦ ਸਾਹਿਬ ਜੀ ਚੰਦਰਮਾ ਮਈ ਜਿਨ੍ਹਾਂ ਦਾ ਅਵਤਾਰ ਹੋਇਆ ਹੈ। ਭਇਓ ਨਰਨ ਸਮੁਦਾਇ ਤਹੈ, ਇਸ ਤਰ੍ਹਾਂ ਸਾਰਿਆਂ ਦੇ ਵਿੱਚ ਬੈਠ ਰਹੇ ਪਰਿਵਾਰ। ਪਰਿਵਾਰ ਸਮੇਤ ਸਾਰੇ ਸਿੱਖ ਬੈਠੇ ਹਨ। ਵਿਸਮੈ ਅਗ ਦੀਰਘ ਪਿਖਿਓ, ਜਿਨ੍ਹਾਂ ਨੇ ਵੱਡਾ ਪਾਪ ਦੇਖਿਆ ਸਾਰੇ ਹੈਰਾਨ ਸਨ। ਬਖਸ਼ਿਓ ਬਹੁਰ ਉਦਾਰ, ਪਰ ਗੁਰੂ ਸਾਹਿਬ ਉਦਾਰ ਚਿੱਤ ਨੇ ਕੀਤਾ ਹੋਇਆ ਅਪਰਾਧ ਇਹਦਾ ਬਖਸ਼ ਦਿੱਤਾ। ਦਾਤਾ ਹੋਵੇ ਅਦਕ ਹੀ, ਜੇ ਦਾਤਾ ਹੋਵੇ ਅਦਕ ਹੀ, ਸਾਰੇ ਜਾਣ ਗਏ ਕਿ ਵੱਡੇ ਦਾਤੇ ਹੋਣਗੇ। ਜਬੈ ਤਨੂ ਬਲ ਜਾਣ, ਜਦੋਂ ਇਹਨਾਂ ਦੇ ਤਨ ਵਿੱਚ ਬਲ ਵਧੇਗਾ, ਜਦੋਂ ਇਹਨਾਂ ਦਾ ਸਰੀਰ ਵਧੇਗਾ ਨਾ, ਸਾਰੇ ਜਾਣਗੇ ਕਿ ਵੱਡੇ ਦਾਤੇ ਹੋਣਗੇ, ਕਿਉਂਕਿ ਗੁਰੂ ਵਰਗਾ ਦਾਤਾ ਹੋਰ ਕੋਈ ਹੈ ਹੀ ਨਹੀਂ। ਸੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇੰਨੇ ਵੱਡੇ ਦਾਤੇ, ਬਲੀ ਸੂਰਮੇ ਵੀ, ਸਤਿਗੁਰਾਂ ਵਰਗਾ ਕੋਈ ਬਲੀ ਨਹੀਂ ਸੀ, ਜਿਨ੍ਹਾਂ ਅੱਗੇ ਹਜ਼ਾਰਾਂ ਲੱਖਾਂ ਦੀ ਫੌਜ ਵੀ ਆਈ ਪਰ ਸਾਰਿਆਂ ਦਾ ਮਾਣ ਦੂਰ ਕੀਤਾ। ਮੁਗਲਸ ਖਾਂ ਵਰਗਿਆਂ ਦਾ, ਕਾਲੇ ਖਾਂ ਵਰਗਿਆਂ ਦਾ ਜੇ ਮਾਣ ਕਿਸੇ ਦਾ ਤਰ੍ਹਾਂ ਦਾ ਮਨ ਵਿੱਚ ਪੈਂਦੇ ਖਾਂ ਨੇ ਰੱਖਿਆ, ਉਹਦਾ ਵੀ ਹੰਕਾਰ ਦੂਰ ਕੀਤਾ।
ਪਰ ਗੁਰੂ ਸਾਹਿਬ ਵਰਗਾ ਦਾਤਾ ਵੀ ਕੋਈ ਨਹੀਂ, ਇਹ ਸਾਰੇ ਜਾਣ ਗਏ ਹਨ। ਕਰੇ ਨਿਹਾਲ ਅਨੇਕ ਹੀ, ਅਨੇਕਾਂ ਨੂੰ ਨਿਹਾਲ ਕਰਨਗੇ ਜੋ ਇਨਕੇ ਵਿਦਮਾਨ। ਜਿਹੜਾ ਵੀ ਇਹਨਾਂ ਦੇ ਸਾਹਮਣੇ ਆਵੇਗਾ। ਇਤਿਆਦਿਕ ਕੀਰਤ ਕਰਤ, ਇਤਿਆਦਿਕ ਸਿੱਖ ਸੰਗਤਾਂ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਜਸ ਕਰਦੀਆਂ ਨੇ ਭਰਤ ਹਰਖ ਉਰ ਬੀਚ, ਅਤੇ ਹਿਰਦੇ ਵਿੱਚ ਬਹੁਤ ਪ੍ਰਸੰਨ ਹੁੰਦੀਆਂ ਨੇ। ਕਰੋੜ ਜਤਨ ਕੋਈ ਕਰਹੋ। ਹਾਂ, ਇਹ ਦੋ ਪੰਕਤੀਆਂ ਜਿਹੜੀਆਂ ਨੇ ਨਾ ਕਵੀ ਜੀ ਨੇ ਲਿਖੀਆਂ ਨੇ, ਕਰੋੜ ਜਤਨ ਕੋਈ ਕਰੋ ਕਿਮ ਹੋਏ ਇਨਕੇ ਮੀਚ, ਤੇ ਕਰੋੜਾਂ ਯਤਨ ਕੋਈ ਕਰੇ। ਕਵੀ ਜੀ ਕਹਿੰਦੇ ਹਨ ਕਿ ਗੁਰੂ ਵਰਗਾ ਕੋਈ ਹੋ ਹੀ ਨਹੀਂ ਸਕਦਾ, ਗੁਰੂ ਦੀ ਬਰਾਬਰੀ ਕੋਈ ਕਰ ਹੀ ਨਹੀਂ ਸਕਦਾ। ਧਾਏ ਹਤੀ ਪੰਨਗ ਹਣਿਓ। ਹਾਂ, ਜੇ ਦਾਈ ਆਈ ਤੇ ਉਲਟਾ ਹੋਇਆ ਕਿ ਪਾਪ ਕਰਨ ਆਈ ਸੀ, ਦਾਈ ਹਤੀ ਪਰ ਉਹਨੂੰ ਕੀਤੀ ਦਾ ਫਲ ਮਿਲਿਆ, ਉਹਦੀ ਹੀ ਮੌਤ ਹੋਈ। ਧਾਏ ਹਤੀ ਪੰਨਗ ਹਣਿਓ। ਜਿਹੜਾ ਪੰਨਗ ਸੱਪ ਆਇਆ ਸੀ ਸਪੇਰਾ ਲੈ ਕੇ ਸੱਪ ਨੂੰ, ਉਹ ਵੀ ਖਤਮ ਹੋਇਆ। ਦਿਜ ਕੋ ਦੀਨ ਵਿਨਾਸ਼। ਫਿਰ ਇਸ ਦਿਜ ਦਾ ਇਹਨੂੰ ਨਾਸ਼ ਕੀਤਾ। ਨਾਸ਼ ਕਰਨ ਤੋਂ ਭਾਵੇਂ ਸੀ ਕਿ ਇਹਦੀ ਜਿਹੜੀ ਬੁਰਾਈ ਸੀ ਉਹ ਅੰਦਰੋਂ ਮਾਰ ਦਿੱਤੀ। ਜੀਵਨ ਦਾਨ ਤੇ ਫਿਰ ਸਤਿਗੁਰਾਂ ਨੇ ਦੇ ਦਿੱਤਾ, ਕਿਉਂਕਿ ਗੁਰੂ ਸਾਹਿਬ ਨੇ ਉਪਦੇਸ਼ ਦੇ ਕੇ ਬੁਰਾਈ ਨੂੰ ਮਾਰਿਆ ਹੈ। ਕਿਸੇ ਇਨਸਾਨੀਅਤ ਦਾ, ਮਨੁੱਖਤਾ ਦਾ ਕਤਲ ਨਹੀਂ ਕੀਤਾ, ਨਾ ਗੁਰੂ ਸਾਹਿਬਾਨ ਨੇ ਕੀਤਾ, ਨਾ ਗੁਰੂ ਕੇ ਸਿੱਖਾਂ ਨੇ ਕੀਤਾ। ਸਿਰਫ ਸ਼ਸਤਰ ਚੁੱਕਣ ਦਾ ਭਾਵ ਹੀ ਇਹ ਹੈ, ਬੁਰਾਈ ਨੂੰ ਮਾਰਨਾ। ਜਿਸ ਤਰ੍ਹਾਂ ਡਾਕਟਰ ਜਦੋਂ ਆਪਣੇ ਹੱਥ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਔਜ਼ਾਰ ਲੈਂਦੇ ਨੇ ਨਾ, ਦੇਖਣ ਵਿੱਚ ਕੋਈ ਕਵੇ ਕਿ ਹੁਣ ਇਹਨੇ ਕਿਉਂ ਚੁੱਕਿਆ, ਇਹ ਮਾਰਨ ਲੱਗਾ ਪੇਸ਼ੈਂਟ ਨੂੰ, ਨਹੀਂ। ਉਹਦਾ ਹੱਥ ਵਿੱਚ ਔਜ਼ਾਰ ਲੈਣ ਦਾ ਭਾਵ ਹੈ ਕਿ ਇਹਦਾ ਮੈਂ ਇਲਾਜ ਕਰਨਾ ਹੈ। ਉਹ ਫਿਰ ਇਲਾਜ ਕਰਦਾ। ਕਈ ਵਾਰੀ ਸਰੀਰ ਦੇ ਅੰਗ ਉੱਤੇ ਇੰਨਾ ਵੱਡਾ ਕੋਈ ਜ਼ਖਮ ਹੋ ਜਾਂਦਾ ਹੈ ਕਿ ਉਸ ਅੰਗ ਨੂੰ ਵੀ ਉਤਾਰਨਾ ਪੈਂਦਾ ਹੈ। ਭਾਵ ਇਹੋ ਹੈ, ਜਦੋਂ ਸ਼੍ਰੀ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਉਪਦੇਸ਼ ਦਿੱਤਾ ਸ਼ਸਤਰ ਚੁੱਕਣ ਦਾ, ਤੇ ਅਰਜੁਨ ਨੇ ਕਿਹਾ ਸੀ ਕਿ ਮੈਂ ਸ਼ਸਤਰ ਕਿਸ ਤਰ੍ਹਾਂ ਚੁੱਕਾਂ, ਮੈਨੂੰ ਮੇਰੇ ਸਾਹਮਣੇ ਕੋਈ ਦੁਸ਼ਮਣ ਨਹੀਂ ਦਿਸਦਾ, ਸਾਰੇ ਤਾਂ ਮੇਰੇ ਆਪਣੇ ਨੇ। ਗੀਤਾ ਦਾ ਪਹਿਲਾ ਸ਼ਲੋਕ ਹੈ, ਉਹ ਕਹਿੰਦੇ ਹਨ, ਅਰਜੁਨ, ਜਦੋਂ ਵੈਦ ਹਕੀਮ ਇਲਾਜ ਕਰਦਾ ਹੈ ਨਾ, ਕਈ ਵਾਰੀ ਸਰੀਰ ਦੇ ਉੱਤੇ, ਅੰਗ ਦੇ ਉੱਤੇ ਹੋਇਆ ਜ਼ਖਮ ਲਾ ਇਲਾਜ ਹੋ ਜਾਵੇ, ਫਿਰ ਉਹ ਅੰਗ ਨੂੰ ਉਤਾਰਨਾ ਹੀ ਜਿਹੜਾ ਉਹ ਭਲਾ ਹੈ, ਚੰਗਾ ਹੈ, ਜਿਹਨੂੰ ਉਤਾਰਨ ਦੇ ਨਾਲ ਸਰੀਰ ਬਚਦਾ ਹੋਵੇ। ਬਸ ਇਹੋ ਕਾਰਨ ਹੈ ਕਿ ਸ਼ਸਤਰ ਚੁੱਕਣ ਦਾ, ਕਿ ਕਿਸੇ ਇਨਸਾਨੀਅਤ, ਮਨੁੱਖਤਾ ਦਾ ਕਤਲ ਨਹੀਂ ਕਰਨਾ। ਗੁਰੂ ਕਲਗੀਧਰ ਸਾਹਿਬ ਜੀ ਨੇ ਵੀ ਸਾਨੂੰ ਇਹਦੇ ਰੂਲ ਸਮਝਾਏ ਨੇ। ਚੁੰਕਾਰ ਅਜ ਹਮਾ ਹੀਲਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਜਦੋਂ ਚਾਰੇ ਪਾਸਿਓਂ ਜ਼ੁਲਮ ਭਾਰੀ ਹੋ ਜਾਵੇ, ਫਿਰ ਉਸ ਵੇਲੇ ਸ੍ਰੀ ਸਾਹਿਬ ਨੂੰ ਮਿਆਨ ਚੋਂ ਕੱਢਣਾ ਬਿਲਕੁਲ ਜਾਇਜ਼ ਹੈ। ਫਿਰ ਸਾਨੂੰ ਕਿਸੇ ਕੋਲੋਂ ਉਹਦੀ ਇਜਾਜ਼ਤ ਮੰਗਣ ਦੀ ਲੋੜ ਨਹੀਂ, ਕਿਉਂਕਿ ਇਜਾਜ਼ਤ ਸਾਨੂੰ ਸਾਡੇ ਗੁਰੂ ਨੇ ਦਿੱਤੀ ਹੈ, ਤੇ ਸਿੱਖ ਗੁਰੂ ਦੀ ਪਹਿਲਾਂ ਮੰਨਦਾ ਹੈ, ਬਾਕੀ ਜਿਹੜੇ ਕਾਨੂੰਨ ਹਨ ਉਹਦੇ ਲਈ ਬਾਅਦ ਵਿੱਚ ਨੇ। ਇਸ ਲਈ ਧਾਏ ਹਤੀ ਪੰਨਗ ਹਤਿਓ, ਦਿਜ ਕੋ ਕੀਨ ਵਿਨਾਸ਼। ਦੇਖਣ ਵਿੱਚ ਤਾਂ ਮਰ ਗਈ ਇਸ ਬ੍ਰਾਹਮਣ ਦੀ, ਦੁਸ਼ਟ ਦੀ, ਦੁਸ਼ਟ ਬ੍ਰਾਹਮਣ ਮੁਆ ਹੋਏ ਕੈ ਸੂਰ, ਪਰ ਜੀਵਨ ਦਾਨ ਵੀ ਦੇ ਦਿੱਤਾ, ਕਿਉਂਕਿ ਅੰਦਰੋਂ ਬੁਰਾਈ ਮਾਰ ਦਿੱਤੀ। ਗੁਰਦੇਵ ਨੇ ਉਲਟ ਪਰਤ ਹੈ ਦਿਨੋਂ ਪਰ, ਉਹਨਾਂ ਉੱਤੇ ਉਲਟੀ ਹੀ ਪੈਂਦੀ ਹੈ। ਬੁਰਾ ਜੋ ਚਾਹ ਕਰ ਆਸ। ਜਿਹੜਾ ਇਹ ਆਸ ਰੱਖਦਾ ਹੈ ਨਾ ਕਿ ਮੈਂ ਕਿਸੇ ਦਾ ਬੁਰਾ ਕਰਾਂ, ਕਵੀ ਜੀ ਕਹਿੰਦੇ ਉਹਨੂੰ ਉਹਦੇ ਉੱਤੇ ਉਹ ਉਲਟੀ ਪੈਂਦੀ। ਕਈ ਵਾਰੀ ਬੰਦਾ ਕਿਸੇ ਲਈ, ਕਿਸੇ ਦਾ ਬੁਰਾ ਕਰਨ ਵਾਸਤੇ ਬੜਾ ਯਤਨ ਕਰਦਾ ਹੈ, ਪਰ ਹੁੰਦਾ ਕੀ ਹੈ, ਜੋ ਅਕਾਲ ਪੁਰਖ ਪਰਮੇਸ਼ਰ ਨੂੰ ਭਾਉਂਦਾ, ਉਹਦੇ ਉੱਤੇ ਵਿਛਾਏ ਹੋਏ ਜਾਲ ਦੇ ਵਿੱਚ ਉਹ ਕਈ ਵਾਰੀ ਆਪ ਹੀ ਫਸ ਜਾਂਦਾ। ਕਈ ਵਾਰ ਕਿ ਜਾਂ ਇੱਥੇ ਨਾ ਫਸੇ ਤੇ ਅੱਗੇ ਜਾ ਕੇ ਤਾਂ ਉਹਦਾ ਹਿਸਾਬ ਉਹਨੂੰ ਦੇਣਾ ਹੀ ਪੈਂਦਾ ਹੈ ਨਾ। ਇਸ ਲਈ ਜੋ ਕਿਸੇ ਵਾਸਤੇ ਕਿਸੇ ਦਾ ਬੁਰਾ ਕਰਨ ਦਾ ਯਤਨ ਕਰਦਾ, ਉਲਟ ਪਰਤਾ ਤੈਨੂੰ ਪਰ, ਉਲਟੀ ਉਹਦੇ ਤੇ ਪੈਂਦੀ ਹੈ। ਬੁਰਾ ਜੋ ਚਾਹ ਕਰ ਆਸ, ਜੋ ਆਸਾ ਮਨ ਵਿੱਚ ਰੱਖਦਾ ਕਿ ਮੈਂ ਇਹਦਾ ਬੁਰਾ ਕਰਾਂ, ਮੈਂ ਇਹਦਾ ਕੁਝ ਵਿਗਾੜ ਦੇਵਾਂ। ਦੋਹਰਾ ਸਗਰੇ ਸੁਣਤ ਪ੍ਰਸੰਗ ਕੋ, ਇਹ ਪ੍ਰਸੰਗ ਨੂੰ ਸਾਰੇ ਸੁਣ ਰਹੇ ਸਨ। ਦਿਜ ਮੂਰਖ ਚਹੋਰ। ਇਸ ਮੂਰਖ ਦੇ ਚਾਰੇ ਪਾਸੇ ਜਿਹੜੇ ਸਾਨੂੰ ਸਿੱਖ ਸੰਗਤਾਂ ਬੈਠੀਆਂ ਨੇ, ਇਸ ਦੀ ਸਾਰੀ ਵਾਰਤਾ ਜਿਸ ਤਰ੍ਹਾਂ ਇਹਨੂੰ ਪ੍ਰੇਰ ਕੇ ਭੇਜਿਆ, ਇਹ ਪਾਪ ਕਰਨ ਵਾਸਤੇ, ਇਹ ਸਾਰੀ ਗੱਲ ਸਾਰਿਆਂ ਨੇ ਸੁਣੀ ਹੈ। ਬੋਲੇ ਸ਼੍ਰੀ ਅਰਜਨ ਗੁਰੂ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸੁਣ ਕੇ ਬੋਲੇ ਹਨ, ਕੀਨ ਜੋ ਤੈ ਆਗੇ ਘੋਰ। ਮਹਾਰਾਜ ਇਸ ਨੂੰ ਕਹਿੰਦੇ ਨੇ ਖਡਾਪੇ ਨੂੰ, ਕਿ ਜਿਹੜਾ ਤੂੰ ਇੰਨਾ ਵੱਡਾ ਇਹ ਪਾਪ ਕੀਤਾ ਹੈ। ਸਵਈਆ ਸੋ ਪ੍ਰਥੀਏ ਮੁਖ ਪੈ ਕਹਿ ਤਿਹ। ਗੁਰਦੇਵ ਕਹਿੰਦੇ ਹੁਣ ਤੂੰ ਇਹ ਕੀਤਾ ਪਾਪ, ਜੋ ਗੱਲਬਾਤ ਸਾਨੂੰ ਦੱਸੀ ਹੈ,
ਇਹ ਪ੍ਰਿਥੀ ਚੰਦ ਦੇ ਮੂੰਹ ਦੇ ਉੱਤੇ ਕਹੇਗਾ। ਤਿਹ ਦੇਹੋ ਮਨਾਏ ਭਲੀ ਜਿਮ ਬਾਨੀ। ਜਿਸ ਤਰ੍ਹਾਂ ਤੂੰ ਸਾਨੂੰ ਗੱਲਬਾਤ ਸਾਰੀ ਸੁਣਾਈ ਹੈ ਨਾ, ਇਹ ਸਾਰੀ ਗੱਲਬਾਤ ਹੁਣ ਪ੍ਰਿਥੀ ਚੰਦ ਦੇ ਸਾਹਮਣੇ ਕਹੀਂ। ਪੰਚ ਸਦੀਨ ਕਹੇ ਤੁਝ ਕੋ। ਹਾਂ, ਜੋ 500 ਰੁਪਈਆ ਤੈਨੂੰ ਦੇਣ ਵਾਸਤੇ ਕਿਹਾ ਸੀ, ਬਿਖ ਕੀ ਜਿਮ ਤਾਹੀ ਤੇ ਸੀਖ ਸਖਾਨੀ। ਜੋ ਪ੍ਰਿਥੀ ਚੰਦ ਨੇ 500 ਰੁਪਈਆ ਦੇ ਕੇ ਜ਼ਹਿਰ ਦੇਣ ਦੀ ਤੈਨੂੰ ਸਿੱਖਿਆ ਦੇ ਕੇ ਭੇਜਿਆ ਹੈ। ਪਾਪ ਮਤੀ ਜਿਸ ਕੇ ਨਿਤ ਹੈ ਚਿਤ। ਜਿਸ ਦੇ ਚਿੱਤ ਦੇ ਵਿੱਚ ਨਿਤ ਹੀ ਪਾਪ ਵਾਲੀ ਮਤ ਹੈ। ਈਰਖ ਆਗ ਮੈਂ ਦਾਹੇ ਮਹਾਨੀ। ਈਰਖਾ ਦੀ ਅੱਗ ਦੇ ਵਿੱਚ ਸਦਾ ਹੀ ਉਹਦਾ ਅੰਦਰ ਸੜਦਾ ਹੈ। ਸੰਕਟ ਘੋਰ ਘਣੋ ਹੋਏ ਦੇਖਤ। ਜਿਹਨੂੰ ਦੇਖ ਕੇ ਗੁਰੂ ਘਰ ਦੀ ਵਡਿਆਈ ਤੇ ਬੜੇ ਸੰਕਟ ਉਹਦੇ ਤੇ ਆਉਂਦੇ ਹਨ। ਕੀਰਤ ਕੋ ਸੁਨ ਕੈ ਸੁਖ ਹਾਨੀ। ਤੇ ਇਥੋਂ ਦੀ ਗੁਰੂ ਘਰ ਦੀ ਕੀਰਤੀ ਸੁਣ ਕੇ ਤੇ ਉਹ ਬੜਾ ਦੁਖੀ ਹੁੰਦਾ ਹੈ। ਵਿਪਰ ਕਹਿਓ ਸਿਨ ਸ੍ਰੀ ਗੁਰ ਪੂਰਨਾ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨ ਕਹੇ ਨਾ, ਤੇ ਸੁਣ ਕੇ ਸਤਿਗੁਰੂ ਜੀ ਦੀ ਗੱਲ, ਇਹ ਜਿਹੜਾ ਬ੍ਰਾਹਮਣ ਸੀ ਖਡਾਵਾ, ਕਹਿਣ ਲੱਗਾ ਸਤਿਗੁਰੂ ਜੀ, ਜਿਉ ਤਿਸਨੇ ਮੁਝ ਕੋ ਸਮਝਾਈ। ਜਿਸ ਤਰ੍ਹਾਂ ਪ੍ਰਿਥੀ ਚੰਦ ਨੇ ਮੈਨੂੰ ਸਮਝਾ ਕੇ ਭੇਜਿਆ ਹੈ, ਤਿਉ ਤਿਸ ਆਨਣ ਪੈ ਉਚਰਿਓ। ਮੈਂ ਸਾਰੀ ਗੱਲਬਾਤ ਪ੍ਰਿਥੀ ਚੰਦ ਦੇ ਮੂੰਹ ਦੇ ਉੱਤੇ ਕਹਿਣ ਨੂੰ ਤਿਆਰ ਹਾਂ। ਮਮ ਨਾਸ਼ ਕੀਓ ਅਸ ਸੀਖ ਸਿਖਾਈ। ਮਮ ਨਾਸ਼ ਕੀਓ ਅਸ ਸੀਖ ਸਿਖਾਈ। ਉਹਨੇ ਮੈਨੂੰ ਇਹ ਸਿੱਖਿਆ ਦੇ ਕੇ ਜਿਹੜੀ ਚੰਗੀ ਮੱਤ ਸੀ ਨਾ, ਉਹ ਮੇਰੀ ਖਤਮ ਕਰ ਦਿੱਤੀ ਹੈ। ਮੈਂ ਗੁਜਰਾਨ ਕਰੋ ਤੁਮਰੇ ਘਰ। ਮੈਂ ਤਾਂ ਹਮੇਸ਼ਾ ਤੁਹਾਡੇ ਘਰ ਵਿੱਚ ਰਹਿ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਹਾਂ। ਭੂਰ ਕਲੰਕ ਲਿਧਿਓ ਦੁਖਦਾਈ। ਪਰ ਵੱਡਾ ਜਿਹੜਾ ਕਲੰਕ ਹੈ, ਦੁੱਖ ਦੇਣ ਵਾਲਾ, ਉਹ ਮੇਰੇ ਸਿਰ ਦਿੱਤਾ ਹੈ। ਭਾਵੀ ਨੇ ਪ੍ਰੇਰਣ ਕੀਨ ਬੁਰੇ ਮਹ। ਬਸ ਇਹ ਮਾੜਾ ਸਮਾਂ ਸੀ ਜਿਹਦੇ ਕਰਕੇ ਮੈਂ ਪ੍ਰੇਰਣਾ ਵਿੱਚ ਆ ਕੇ ਬੁਰਾ ਕੰਮ ਕਰਨ ਲਈ ਤਿਆਰ ਹੋਇਆ। ਦੋਨੋਂ ਲੋਕ ਮੈਂ ਲੀਨ ਗਵਾਈ। ਤੇ ਦੋਨੋਂ ਲੋਕ ਜਿਹੜੇ ਸਨ ਮੈਂ ਗਵਾ ਲਏ, ਇਹ ਲੋਕ ਵੀ ਤੇ ਪਰਲੋਕ ਵੀ। ਦੋਹਰਾ ਸ੍ਰੀ ਅਰਜਨ ਦਿਜ ਕੋ ਕਹਿਓ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ ਨੂੰ ਕਿਹਾ। ਮਹਾ ਮੂੜ ਕਿਆ ਕੀਨਾ। ਮਹਾਰਾਜ ਕਹਿੰਦੇ ਵੱਡੇ ਮੂਰਖਾ ਹੈ ਤੂੰ ਕੀ ਕੀਤਾ। ਸਾਹਿਬ ਜਾਦੇ ਮੋਲ ਕੋ। ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਸਾਹਿਬ ਦਾ ਮੁੱਲ ਪਾਇਆ। ਪੰਜ ਸਹਿਸ ਕਰ ਦੀਨਾ। ਬਸ 500 ਰੁਪਈਆ, 500 ਰੁਪਇਆ ਮੁੱਲ ਜਿਹੜਾ ਹੈ, ਕਿਉਂਕਿ ਪ੍ਰਿਥੀ ਚੰਦ ਨੇ 500 ਰੁਪਈਆ ਦੇ ਕੇ ਭੇਜਿਆ ਸੀ। ਬਾਅਦ ਵਿੱਚ ਲੋਭੀ ਸੀ, ਦਵੇ ਨਾ ਦਵੇ ਉਹ ਤਾਂ ਉਹ ਜਾਣਦਾ ਸੀ। ਪਰ ਮਹਾਰਾਜ ਕਹਿੰਦੇ 500 ਰੁਪਈਆ ਲੈ ਕੇ ਇੰਨਾ ਵੱਡਾ ਤੂੰ ਪਾਪ ਕਰਨ ਆਇਆ ਹੈ, ਐ ਮੂਰਖਾ ਕੀਤਾ ਕੀ। ਦੇਖ ਤਾਂ ਸਹੀ ਕਿ ਇਹ ਪੈਸਾ, ਇਹ ਧਨ ਤਾਂ ਆਉਂਦਾ ਜਾਂਦਾ ਰਹਿੰਦਾ ਹੈ, ਪਰ ਜਿਹਦੇ ਕਰਕੇ ਮੱਥੇ ਤੇ ਕਲੰਕ ਲਵਾਇਆ, ਲੋਕ ਖਰਾਬ ਕੀਤਾ, ਪਰ ਲੋਕ ਗਵਾਇਆ। ਸਾਹਿਬਜ਼ਾਦੇ ਦਾ ਮੁੱਲ 500 ਰੁਪਈਏ ਪਾਇਆ। ਬਹੁਰ ਕਹਿਓ ਸੰਗ ਦਾਸ ਕੇ। ਬਹੁਰ ਕਹਿਓ ਸੰਗ ਦਾਸ ਕੇ। ਫਿਰ ਮਹਾਰਾਜ ਜੀ ਨੇ ਆਪਣੇ ਸੇਵਕ ਨੂੰ ਕਿਹਾ, ਧਾਮ ਪ੍ਰਿਥੀਏ ਜਾਏ। ਗੁਰਦੇਵ ਸਿੱਖ ਨੂੰ ਕਹਿੰਦੇ ਨੇ, ਸੇਵਕ ਨੂੰ, ਕਿ ਜਾਓ ਪ੍ਰਿਥੀ ਚੰਦ ਦੇ ਘਰ। ਆਨੋ ਸਾਥ ਸਹਕਾਰ ਕਾ। ਜਾ ਕੇ ਪ੍ਰਿਥੀ ਚੰਦ ਨੂੰ ਬੁਲਾ ਕੇ ਲਿਆਵੋ। ਲੇਕਰ ਹਮਰੋ ਨਾਏ। ਮਹਾਰਾਜ ਕਹਿੰਦੇ ਸਾਡਾ ਨਾਂ ਲੈ ਕੇ ਪ੍ਰਿਥੀ ਚੰਦ ਨੂੰ ਕਹੋ ਕਿ ਅਸੀਂ ਬੁਲਾਉਨੇ ਆ, ਇਹ ਸੁਨੇਹਾ ਜਾ ਕੇ ਦਵੋ। ਕਬਿਤ ਕਰੋ ਸਨਮਾਨ ਬੋਲ ਮధుਰ ਮਹਾਨ ਸਾਥ। ਹੁਣ ਇੱਥੇ ਵੀ ਸਤਿਗੁਰੂ ਕਿਤੇ ਗੁੱਸੇ ਵਿੱਚ ਨਹੀਂ ਆਏ। ਗੁਰੂ ਸਾਹਿਬ ਜੀ ਦੇ ਪਾਵਨ ਬਚਨ ਪੜ੍ਹਦੇ ਆ ਨਾ, ਕੌੜਾ ਬੋਲ ਨਾ ਜਾਣੈ, ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰ। ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਬਿਰਧ ਇਹ ਸੁਭਾਅ ਹੈ। ਕੱਲੇ ਬਚਨ ਗੁਰਦੇਵ ਨੇ ਕਹੇ ਨਹੀਂ, ਮਹਾਰਾਜ ਜੀ ਦਾ ਜੀਵਨ ਹੀ ਐਸਾ ਮਿੱਠ ਬੋਲੜਾ ਹੈ। ਭਾਵੇਂ ਸਾਰਾ ਪਾਪ ਪ੍ਰਿਥੀ ਚੰਦ ਦਾ ਉਗਰ ਕੇ ਸਾਹਮਣੇ ਆ ਗਿਆ, ਪਰ ਫਿਰ ਵੀ ਸਤਿਗੁਰੂ ਗੁੱਸੇ ਵਿੱਚ ਨਹੀਂ ਆਏ। ਮਹਾਰਾਜ ਜੀ ਨੇ ਸੇਵਕ ਸਿੱਖ ਨੂੰ ਕਿਹਾ ਕਿ ਜਾਓ ਪ੍ਰਿਥੀ ਚੰਦ ਦੇ ਘਰੇ ਸੁਨੇਹਾ ਦੇਵੋ, ਉਹਨੂੰ ਬੜੇ ਪਿਆਰ ਦੇ ਨਾਲ ਮਿੱਠੇ ਬੋਲ ਬੋਲ ਕੇ ਸਾਡੇ ਕੋਲ ਲੈ ਕੇ ਆਵੋ। ਆਨੋ ਹਮ ਧਾਮ ਕੋ ਪ੍ਰਸੰਨਤਾ ਉਪਾਏ ਮਨ। ਉਹਨੂੰ ਪ੍ਰਸੰਨ ਕਰਕੇ ਖੁਸ਼ ਕਰਕੇ ਇੱਥੇ ਲਿਆਵੋ। ਗਇਓ ਸੁਨ ਦਾਸ ਬੈਠ ਪ੍ਰਿਥੀਆ ਆਵਾਸ ਜਿਸ। ਸਤਿਗੁਰੂ ਜੀ ਦਾ ਬਚਨ ਸੁਣ ਕੇ ਜਿਹੜਾ ਸੇਵਕ ਸਿੱਖ ਸੀ, ਉਹ ਗਿਆ ਜਿੱਥੇ ਪ੍ਰਿਥੀ ਚੰਦ ਘਰ ਵਿੱਚ ਬੈਠੇ ਸਨ। ਸੀਸ ਕੋ ਨਵਾਏ ਅਬ ਬੰਧਨ ਸੋ ਕੀਨ ਤੇਨਾ। ਜਾ ਕੇ ਜਿਸ ਤਰ੍ਹਾਂ ਸਿੱਖ ਨੇ ਸੀਸ ਨੂੰ ਨਵਾਇਆ ਤੇ ਫਿਰ ਬੰਦਨਾ ਕੀਤੀ। ਸੰਗਤ ਜੀ, ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਵੱਡੇ ਭਰਾ ਦਾ ਸਤਿਕਾਰ ਕਰਦੇ ਸਨ, ਬਾਬੇ ਪ੍ਰਿਥੀ ਚੰਦ ਦਾ ਮਾਨ ਅਦਬ ਰੱਖਦੇ ਸੀ, ਫਿਰ ਸਿੱਖ ਸੰਗਤਾਂ ਵੀ ਉਸੇ ਤਰ੍ਹਾਂ ਅਦਬ ਰੱਖਦੀਆਂ। ਪਰ ਜਦੋਂ ਇਸ ਨੇ ਇਹਨੇ ਮਾੜੇ ਕੰਮ ਕੀਤੇ, ਬਾਅਦ ਵਿੱਚ ਹੀ ਫਿਰ ਇਹਨੂੰ ਮੀਣਾ ਕਿਹਾ ਗਿਆ। ਫਿਰ ਸਾਰੀ ਜਿਹੜੀ ਬੰਸ ਸੀ ਇਹਨਾਂ ਦੀ ਵੱਖਰੀ ਕੀਤੀ ਗਈ। ਇਹ ਸਾਰਾ ਗੁਰਮਤਿ ਸਿੱਖ ਪੰਥ ਨੇ ਫਿਰ ਇਹ ਕੀਤਾ ਹੈ।
ਪਰ ਗੁਰੂ ਅਰਜਨ ਦੇਵ ਸਾਹਿਬ ਉਦੋਂ ਅਦਬ ਰੱਖਦੇ, ਸਿੱਖ ਸੰਗਤਾਂ ਵੀ ਅਦਬ ਰੱਖਦੀਆਂ। ਸਿੱਖ ਨੇ ਬੜੇ ਅਦਬ ਦੇ ਨਾਲ ਜਾ ਕੇ ਬਾਬੇ ਪ੍ਰਿਥੀ ਚੰਦ ਨੂੰ, ਕਿ ਗੁਰੂ ਰਾਮਦਾਸ ਜੀ ਦਾ ਵੱਡਾ ਸਪੁੱਤਰ ਸੀ, ਇਸ ਲਈ ਅਦਬ ਰੱਖਦੇ ਸੀ ਸਿੱਖ, ਜਾ ਕੇ ਉਹਨੂੰ ਨਮਸਕਾਰ ਕੀਤੀ ਹੈ। ਬੜੇ ਪਿਆਰ ਦੇ ਨਾਲ ਹੀ ਬੋਲ ਕਹੇ ਹਨ। ਆਪ ਕੋਹ ਕਾਰਨ ਕਰਿਓ ਹੈ ਗੁਰੂ ਅਰਜਨ। ਕਹਿੰਦੇ ਹਨ ਕਿ ਬਾਬੇ ਪ੍ਰਿਥੀ ਚੰਦ ਨੂੰ ਕਿ ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਬੁਲਾਉਂਦੇ ਨੇ। ਆਪ ਹੀ ਉਠੀਜਾ ਚਾਲ ਮਿਲੀਏ ਬਿਲੰਬ ਬੇਨਾ। ਹੁਣੇ ਉੱਠੋ ਤੇ ਬਿਨਾਂ ਦੇਰੀ ਤੋਂ ਚੱਲ ਕੇ ਉਹਨਾਂ ਨੂੰ ਮਿਲੋ। ਸੁਣ ਕੇ ਹਰਖ ਕਾਰ ਗਮਨਿਓ ਗੁਰੂ ਕੈ ਘਰ। ਪ੍ਰਿਥੀ ਚੰਦ ਦੇ ਮਨ ਵਿੱਚ ਕੋਈ ਖਬਰ ਹੀ ਨਹੀਂ ਸੀ ਐਸੀ, ਕਿਉਂਕਿ ਪਹਿਲਾਂ ਵੀ ਇਹਨੇ ਐਸੇ ਅਪਰਾਧ ਕੀਤੇ ਸੀ। ਤੇ ਸੋਚਦਾ ਸੀ ਕਿ ਮੇਰੀ ਕਿਹੜਾ ਚੋਰੀ ਫੜੀ ਜਾਣੀ। ਜਦੋਂ ਚੋਰ ਚੋਰੀ ਕਰਦਾ ਹੈ, ਬੰਦਾ ਕਿਸੇ ਨਾਲ ਧੋਖਾ ਕਰਦਾ ਹੈ, ਇਹ ਸੋਚ ਕੇ ਥੋੜ੍ਹੀ ਕਰਦਾ ਹੈ ਕਿ ਮੈਂ ਫੜਿਆ ਜਾਵਾਂਗਾ। ਤੇ ਜੇ ਇਹ ਗੱਲ ਮਨ ਵਿੱਚ ਹੋਵੇ ਫਿਰ ਕਰੇ ਹੀ ਨਾ। ਇਹ ਇਸ ਕਰਕੇ ਇਹਦੇ ਮਨ ਵਿੱਚ ਨਹੀਂ ਸੀ ਕਿ ਮੇਰਾ ਇਹ ਅਪਰਾਧ ਸਾਹਮਣੇ ਆ ਚੁੱਕਿਆ ਹੈ। ਜਦੋਂ ਸਿੱਖ ਨੇ ਸੁਨੇਹਾ ਦਿੱਤਾ ਗੁਰੂ ਅਰਜਨ ਦੇਵ ਸਾਹਿਬ ਤੁਹਾਨੂੰ ਯਾਦ ਕਰਦੇ ਨੇ, ਮਨ ਵਿੱਚ ਬੜਾ ਪ੍ਰਸੰਨ ਹੋਇਆ। ਖਿਆਲ ਇਹਦੇ ਮਨ ਵਿੱਚ ਇਹੋ ਸਨ ਕਿ ਹੋ ਸਕਦਾ ਹੈ ਕਿ ਉਹ ਜ਼ਹਿਰ ਦੇ ਨਾਲ ਸ਼੍ਰੀ ਹਰਗੋਬਿੰਦ ਸਾਹਿਬ ਜੀ ਚਲਾਣਾ ਕਰ ਗਏ ਹੋਣ। ਤੇ ਇਹਨੇ ਖਿਡਾਵੇ ਨੂੰ ਕਹਿ ਕੇ ਭੇਜਿਆ ਸੀ ਕਿ ਤੇਰੇ ਉੱਤੇ ਗੱਲ ਨਹੀਂ ਆਉਣ ਦਿੰਦੇ, ਜੇ ਆਵੇਗੀ ਵੀ ਤੇ ਮੈਂ ਘਰ ਵਿੱਚ ਵੱਡਾਂ, ਸਾਰਿਆਂ ਨੂੰ ਝਿੜਕ ਕੇ ਚੁੱਪ ਕਰਾ ਲਾਂਗਾ। ਉਸ ਵੇਲੇ ਇਹ ਗੱਲ ਸੁਣੀ ਹੈ ਤੇ ਬੜਾ ਪ੍ਰਸੰਨ ਹੋ ਕੇ ਉੱਠਿਆ ਹੈ। ਮੋਹੇ ਸਾਥ ਕਾਜ ਕੌਣ ਬੂਝੋ ਦਾਸ ਸਾਥ ਭਾਣਾ। ਪੁੱਛਦਾ ਸਿੱਖ ਨੂੰ ਜਿਹੜਾ ਸੇਵਕ ਗਿਆ ਸੀ ਨਾ ਸੁਨੇਹਾ ਲੈ ਕੇ, ਬਾਬਾ ਪ੍ਰਿਥੀ ਚੰਦ ਕਹਿੰਦੇ ਮੇਰੇ ਨਾਲ ਗੁਰੂ ਅਰਜਨ ਦੇਵ ਸਾਹਿਬ ਨੂੰ ਕੀ ਕੰਮ ਹੈ, ਮੈਨੂੰ ਦੱਸ। ਮੋਹੇ ਕੋ ਨਾ ਸੁਧ ਕੋਈ ਪਠਿਓ ਚਾਲੇ ਆਇਓ ਇਤ। ਅੱਗੋਂ ਸਿੱਖ ਨੇ ਕਿਹਾ, ਕਹਿੰਦਾ ਮੈਨੂੰ ਇਸ ਗੱਲ ਦੀ ਖਬਰ ਨਹੀਂ, ਮੈਨੂੰ ਸੁਨੇਹਾ ਦੇ ਕੇ ਭੇਜਿਆ ਤੁਹਾਨੂੰ ਬੁਲਾਉਣਾ ਹੈ ਤੇ ਮੈਂ ਇੱਧਰ ਆ ਗਿਆ ਹਾਂ। ਐਸੇ ਬਾਤ ਬੋਲਤ ਸੋ ਆਇਓ ਗੁਰੂ ਧਾਮ ਕੋ। ਬਸ ਇਹ ਗੱਲਾਂ ਬਾਤਾਂ ਕਰਦਿਆਂ ਜਦੋਂ ਬਾਬੇ ਪ੍ਰਿਥੀ ਚੰਦ ਨੂੰ ਸੁਨੇਹਾ ਮਿਲਿਆ ਤੇ ਗੱਲਾਂ ਬਾਤਾਂ ਆਪਸ ਵਿੱਚ ਕਰਦਿਆਂ ਹੋਇਆਂ ਗੁਰੂ ਘਰ ਵਿੱਚ ਪਹੁੰਚ ਗਏ ਹਨ। ਕੋਠੇ ਮੈਂ ਬਿਠਾਇਓ ਦੀ ਜੇ ਬੋਲੀ ਨਾ ਬਾਕ ਹਾਂ ਤੁਮ। ਉਹ ਜਿਹੜਾ ਬ੍ਰਾਹਮਣ ਸੀ ਖਿਡਾਵਾ, ਜਿਹਦੇ ਰਾਹੀਂ ਨੇ ਪਾਪ ਕੀਤਾ ਸੀ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਜ਼ਹਿਰ ਦੇਣ ਦਾ, ਉਹਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਘਰ ਦੇ ਚੁਬਾਰੇ ਵਿੱਚ ਬਿਠਾ ਦਿੱਤਾ ਸੀ। ਹਮਰੇ ਬੁਲਾਏ ਬਿਨ ਬੈਠੇ ਇੱਕ ਜਾਮ ਕੋ। ਮਹਾਰਾਜ ਨੇ ਕਿਹਾ ਇੱਕ ਪੈਰ ਇੱਥੇ ਬੈਠਾ ਰਹੀਂ, ਸਾਡੇ ਬੁਲਾਏ ਤੋਂ ਬਿਨਾ ਤੂੰ ਥੱਲੇ ਨਾ ਆਵੀਂ। ਵਿਪਰ ਨੇ ਅਲਾਇਓ ਜਿਵੇਂ ਆਪਨੇ ਬਿਤਾਇਓ ਤਿਮ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ ਸੀ ਉਸੇ ਤਰ੍ਹਾਂ ਉਹਨੇ ਮੰਨ ਲਈ ਹੈ। ਰੋ ਬੈਠ ਰਹੋ ਜਬ ਲਿਹੋ ਮਮ ਨਾਮ ਕੋ। ਤੇ ਉਹਨੂੰ ਮਹਾਰਾਜ ਕਹਿੰਦੇ ਨੇ ਕਿ ਤੂੰ ਉੱਥੇ ਬੈਠਾ ਰਹਿ ਜਿੰਨਾ ਚਿਰ ਤੇਰਾ ਨਾਮ ਲੈ ਕੇ ਤੈਨੂੰ ਨਹੀਂ ਬੁਲਾਉਂਦੇ। ਤਬ ਮੈਂ ਛਪੀ ਨਾ ਰਾਖੋ ਜਥਾ ਰਥ ਸੋਈ ਭਾਖੋਂ। ਇਹ ਅੱਗੋਂ ਕਹਿਣ ਲੱਗਾ ਸਤਿਗੁਰੂ ਜੀ ਜੋ ਤੁਹਾਡਾ ਹੁਕਮ ਸਿਰ ਮੱਥੇ, ਮੈਂ ਉੱਤੇ ਬੈਠ ਜਾਣਾ, ਮੇਰਾ ਨਾਮ ਲਓਗੇ ਫਿਰ ਮੈਂ ਆਵਾਂਗਾ, ਪਰ ਇਹ ਗੱਲ ਹੁਣ ਮੈਂ ਲੁਕਾ ਕੇ ਨਹੀਂ ਰੱਖਾਂਗਾ, ਮੈਂ ਉਹਦੇ ਮੂੰਹ ਦੇ ਉੱਤੇ ਸਾਹਮਣੇ ਕਹਾਂਗਾ। ਮੁਕਰ ਨਾ ਦੇ ਹੋ ਬਿਗਾਰੋ ਜਿਮ ਕਾਮ ਕੋ। ਤੇ ਮੈਂ ਮੁਕਰ ਨਹੀਂ ਦਵਾਂਗਾ, ਬਿਗਾਰਿਓ ਜਿਮ ਕਾਮ ਕੋ। ਜਿਸ ਤਰ੍ਹਾਂ ਇਹਨੇ ਬਹੁਤ ਵੱਡਾ ਮਾੜਾ ਕੰਮ ਕੀਤਾ ਹੈ, ਸਾਰੇ ਕੰਮ ਵਿਗਾੜ ਦਿੱਤੇ ਮੇਰੇ। ਮੈਂ ਗੁਰੂ ਘਰ ਵਿੱਚ ਰਹਿੰਦਾ ਸੀ, ਸਾਰਾ ਕੁਝ ਮੈਨੂੰ ਇੱਥੇ ਮਿਲਦਾ ਸੀ, ਪਰ ਲੋਭ ਦੀ ਲਹਿਰ ਵਿੱਚ ਮੈਨੂੰ ਡੋਬਣ ਵਾਲਾ ਪ੍ਰਿਥੀ ਚੰਦ ਹੈ। ਹੁਣ ਸਾਹਮਣੇ ਆਵੇਗਾ, ਮੈਂ ਸਾਰੀ ਗੱਲ ਉਹਦੇ ਸਾਹਮਣੇ ਰੱਖਾਂਗਾ, ਫਿਰ ਮੁਕਰਨ ਨਹੀਂ ਦੇਵਾਂਗਾ। ਇਸੇ ਤਰ੍ਹਾਂ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ, ਜਿਹਨੂੰ ਕਹਿੰਦੇ ਨੇ ਨਾ ਕਿ ਚਿੱਤਰ ਗੁਪਤ, ਉਹ ਹਮੇਸ਼ਾ ਜੀਵ ਦੇ ਨਾਲ ਹੀ ਹੁੰਦੇ ਨੇ। ਜਦੋਂ ਜੀਵ ਕੋਈ ਮਾੜਾ ਕੰਮ ਕਰਦਾ ਹੈ, ਭਾਵੇਂ ਕੋਈ ਚੰਗਾ ਕਰੇ, ਉਹ ਹਮੇਸ਼ਾ ਨੋਟ ਰੱਖਦੇ ਨੇ, ਜਿਹਦਾ ਜ਼ਿਕਰ ਭਗਤ ਕਬੀਰ ਸਾਹਿਬ ਜੀ ਨੇ ਕੀਤਾ ਹੈ ਆਪਣੀ ਬਾਣੀ ਦੇ ਅੰਦਰ। ਤੇ ਉਸ ਵੇਲੇ ਘਰੀ ਘਰੀ ਕਾ ਲੇਖਾ ਮੰਗੈ ਕਾਇਥ ਚੇਤੂ ਨਾਮ। ਜਿਹਦਾ ਨਾਮ ਭਗਤ ਜੀ ਕਹਿੰਦੇ ਚਿੱਤਰ ਗੁਪਤ ਹੈ ਨਾ, ਉਹ ਹਰ ਘੜੀ ਦਾ ਲੇਖਾ ਫਿਰ ਮੰਗਦੇ ਨੇ, ਉਹ ਮੁਕਰਨ ਨਹੀਂ ਦਿੰਦੇ। ਜਦੋਂ ਸਾਹਮਣੇ ਸਾਰੀ ਬਣਾ ਕੇ ਉਹਦੇ ਅੱਗੇ ਰੱਖੀ ਜਾਂਦੀ ਹੈ ਉਹਦੀ ਮੂਵੀ, ਤੇ ਉਹਨੂੰ ਕੱਲੀ ਕੱਲੀ ਗੱਲ ਦਿਖਾਈ ਜਾਂਦੀ, ਫਿਰ ਮੁਕਰ ਨਹੀਂ ਸਕਦਾ। ਹੁਣ ਪ੍ਰਿਥੀ ਚੰਦ ਦੇ ਸਾਹਮਣੇ ਇਹਨੇ ਸਾਰੀ ਗੱਲਬਾਤ ਰੱਖਣੀ ਹੈ, ਪਰ ਬੰਦਾ ਯਤਨ ਕਰਦਾ ਹੈ ਕਿ ਮੈਂ ਇਸ ਕੀਤੇ ਹੋਏ ਕੰਮ ਚੋਂ ਨਿਕਲ ਸਕਾਂ। ਇੱਥੇ ਨਿਕਲ ਜਾਵੇ ਪਰ ਅੱਗੇ ਤਾਂ ਨਹੀਂ ਨਿਕਲ ਸਕਦਾ। ਜਿਸ ਤਰ੍ਹਾਂ ਆਪਣੇ ਆਪ ਨੂੰ ਬਚਾਉਣ ਦਾ ਯਤਨ ਕਰਨਗੇ, ਫਿਰ ਬਾਅਦ ਵਿੱਚ ਬਾਬਾ ਮਹਾਂਦੇਵ ਜੀ ਵੀ ਸਮਝਾਉਣਗੇ, ਉਹਨਾਂ ਨਾਲ ਵੀ ਝਗੜਨਗੇ, ਬਾਅਦ ਵਿੱਚ ਫਿਰ ਜਾ ਕੇ ਸੋਹਲੀ ਖਾਂ ਦੇ ਨਾਲ ਮੇਲ ਕਰਦੇ ਨੇ, ਕਿਉਂਕਿ ਜਿੰਨੇ ਇਹ ਯਤਨ ਕੀਤੇ ਬਿਰਥੇ ਗਏ। ਫਿਰ ਇਹਨਾਂ ਸੋਚਿਆ ਕਿ ਹੁਣ ਮੈਂ ਸਰਕਾਰੀ ਮਦਦ ਲਵਾਂ। ਜਿਸ ਤਰ੍ਹਾਂ ਫਿਰ ਸੋਹਲੀ ਖਾਂ ਨੂੰ ਚੜ੍ਹਾ ਕੇ ਲਿਆਉਣਾ, ਇਹ ਪ੍ਰਸੰਗ ਅੱਗੇ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ ਜੀ। ਨਿਯਤ ਕੀਤਾ ਸਮਾਂ ਸਮਾਪਤੀ ਤੇ ਆ ਚੁੱਕਿਆ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ। ਅਰਦਾਸ ਕਰੀ ਗੁਰੂ ਚਰਨਾਂ ਦੇ ਵਿੱਚ ਜੋ ਉਪਦੇਸ਼ ਸਤਿਗੁਰਾਂ ਦਾ ਆਪਾਂ ਸਰਵਣ ਕਰਦੇ ਹਾਂ,
ਸਤਿਗੁਰਾਂ ਦੀਆਂ ਦਿੱਤੀਆਂ ਸਿੱਖਿਆਵਾਂ ਸਾਡੇ ਹਿਰਦੇ ਵਿੱਚ ਵਸ ਜਾਣ। ਇਹਨਾਂ ਬਚਨਾਂ ਦੀ ਕਮਾਈ ਕਰ ਸਕੀਏ, ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕਣ। ਆਓ ਸੰਗਤ ਜੀ ਦੋ ਪੰਕਤੀਆਂ ਅਖੀਰਲੀਆਂ ਸਰਵਣ ਕਰੀਏ। ਇੱਥੇ ਸਮਾਪਤੀ ਹੈ। ਬਿਪਰ ਨੇ ਅਲਾਇਓ ਜਿਵੇਂ ਆਪਣੇ ਬਿਤਾਇਓ, ਤਿਮ ਕਰੋ ਬੈਠ ਰਹੋ ਜਬ ਲਿਹੋ ਮਮ ਨਾਮ ਕੋ। ਤਬ ਮੈਂ ਛਪੀ ਨ ਰਾਖੋ ਜਥਾ ਰਥ ਸੋਈ ਭਾਖੋ। ਮੁਕਰ ਨ ਦੇਹੁ ਬਿਗਾੜਿਓ ਜਿਮ ਕਾਮ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।